ਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ। ਸਾਹਿਬ ਭਾਣੇ ਨਰ ਪਠਿਓ ਆਪਨੋ ਪੁੱਤਰ ਹਕਾਰ। ਸਰਵਣ ਨਾਮ ਤਿਸ ਕੋ ਅਹੈ ਬ੍ਰਿਧ ਕੇ ਬੰਸ ਉਦਾਰ। ਸਾਹਿਬ ਭਾਣੇ ਨਰ ਪਠਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਮੇਰੇ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਸੰਗ ਚੱਲਿਆ ਹੋਇਆ ਸੀ, ਆਪਾਂ ਸਰਵਣ ਕਰਦਿਆਂ ਕੱਲ ਦੇ ਇਤਿਹਾਸ ਵਿੱਚ ਜਿਵੇਂ ਆਪ ਜੀ ਸੱਚਖੰਡ ਗਮਨ ਕਰ ਗਏ, ਉਸ ਤੋਂ ਉਪਰੰਤ ਭਾਈ ਪਾਨਾ ਜੀ, ਜੋਧ ਰਾਏ ਜੀ, ਇਸੇ ਤਰ੍ਹਾਂ ਹੋਰ ਗੁਰਸਿੱਖਾਂ ਨੇ ਰਲ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੰਮ੍ਰਿਤ ਸੰਸਕਾਰ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਗਮਨ ਕਰਨ ਸਮੇਂ ਜਿਸ ਤਰ੍ਹਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਗਣੇਸ਼, ਪ੍ਰੋਗਮ ਹੋਰ ਕੁਬੇਰ ਆਦਿਕ ਦੇਵਤੇ ਸਤਿਕਾਰ ਵਜੋਂ ਚੱਲ ਕੇ ਆਏ। ਸੋਹਣੇ ਵਿਵਾਨ ਵਿੱਚ ਗੁਰੂ ਹਰਗੋਬਿੰਦ ਸਵਾਈਮਾਨ ਹੋ ਕਰਕੇ ਸੱਚਖੰਡ ਨੂੰ ਚਲੇ ਗਏ। ਉਹ ਸਾਰੇ ਪ੍ਰਸੰਗ ਪੱਲੜੀਵਾਰ ਰੂਪ ਵਿੱਚ, ਸੰਗਤ ਰੂਪ ਵਿੱਚ, ਗੱਲ ਦੇ ਦੀਵਾਰ ਵਿੱਚ ਸਰਵਣ ਕੀਤੇ ਸੀ। ਜਿਸ ਤਰ੍ਹਾਂ ਗੁਰਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਮਤਿ ਰੀਤੀ ਅਨੁਸਾਰ ਸਾਰੀਆਂ ਜਿਹੜੀਆਂ ਰਸਮਾਂ ਪੂਰੀਆਂ ਕਰਕੇ ਉਹ ਆਪੋ ਆਪਣੇ ਘਰੇ ਚਲੇ ਗਈਆਂ। ਇਸੇ ਤਰ੍ਹਾਂ ਭਾਈ ਭਾਨਾ ਜੀ ਨੇ ਜੋ ਆਪਣਾ ਪੁੱਤਰ ਹੈ ਇੱਕ ਸੇਵਕ ਨੂੰ ਭੇਜ ਕਰਕੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਬੁਲਾ ਲਿਆ ਸੀ ਕੀਰਤਪੁਰ ਸਾਹਿਬ ਵਿਖੇ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਚਰਨ ਸ਼ਰਨ ਵਿੱਚ ਪਾ ਕੇ ਇਹਨੂੰ ਆਪਣੇ ਥਾਂ ਛੱਡ ਕੇ ਚਲਿਆ ਗਿਆ ਸੀ। ਤੇ ਆਪ ਜੀ ਨੇ ਭਾਈ ਪਾਨਾ ਜੀ ਨੇ ਰਵਿਦਾਸ ਕੇ ਨਗਰ ਵਿੱਚ ਪੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗ ਸੱਚਖੰਡ ਗਮਨ ਕਰ ਕੀਤਾ ਸੀ। ਉਹ ਭਾਈ ਪਾਨਾ ਜੀ ਦਾ ਸੱਚਖੰਡ ਗਮਨ ਦਾ ਪ੍ਰਸੰਗ ਇਸੇ ਤਰ੍ਹਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਸਿੱਖ ਸੰਗਤਾਂ ਵਿੱਚ ਗੁਰਮਤਿ ਦਾ ਪ੍ਰਚਾਰ ਤੇ ਭਾਈ ਭਗਤੂ ਵਰਗੇ ਜਿਹੜੇ ਮਹਾਨ ਗੁਰਸਿੱਖ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੱਚਖੰਡ ਗਮਨ ਕਰਨ ਸਮੇਂ ਨਹੀਂ ਆ ਸਕੇ ਸਨ, ਉਹ ਸਾਰੇ ਜਿਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਚੱਲ ਕੇ ਆਏ, ਦਰਸ਼ਨ ਉਦਾਰ ਕੀਤੇ, ਇਹਨਾਂ ਨਾਲ ਜਿਵੇਂ ਬਚਨ ਵਿਲਾਸ ਮਹਾਰਾਜ ਦੇ ਹੋਏ, ਉਹ ਇਤਿਹਾਸ ਵਿੱਚ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਰਲ ਮਿਲ ਕੇ ਸਾਰੇ
ਸ਼ਰਧਾ ਭਾਵਨਾ ਨਾਲ ਪ੍ਰੇਮ ਪਿਆਰ ਨਾਲ ਸੁਣੀਏ ਜੀ। ਸਾਹਿਬ ਭਾਣੇ ਨਾਰ ਪਠਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਗੋਨ ਕਰਨ ਤੋਂ ਬਾਅਦ ਜੋ ਅੰਤਮ ਸੰਸਕਾਰ ਹੈ ਸਾਰਾ ਕਰ ਕਰਾ ਕੇ ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਦੇ ਪੁੱਤਰ ਭਾਈ ਭਾਨਾ ਜੀ ਨੇ ਆਪਣੇ ਵੱਲੋਂ ਕੋਈ ਪੁਰਸ਼ ਭੇਜਿਆ ਹੈ। ਆਪਣੋ ਪੁੱਤਰ ਹਕਾਰ। ਆਪਣਾ ਜਿਹੜਾ ਪੁੱਤਰ ਉਹਨੂੰ ਕਹਿੰਦੇ ਸਦਕੇ ਲਿਆਉਣ ਲਈ। ਸਰਵਣ ਨਾਮ ਤਿਸ ਕੋ ਆਹੈ। ਇਸ ਦੇ ਪੁੱਤਰ ਦਾ ਨਾਮ ਸਰਵਣ ਸੀ। ਇਸ ਤਰ੍ਹਾਂ ਉਹ ਜਦੋਂ ਸੱਦਣ ਗਿਆ ਹੈ ਬ੍ਰਿਧ ਕੇ ਬੰਸ ਉਦਾਰ। ਬਾਬਾ ਬੁੱਢਾ ਸਾਹਿਬ ਜੀ ਸ਼ੇਸ਼ ਬੰਸ ਪੈਦਾ ਹੋਇਆ ਸੀ। ਉਹਨੂੰ ਸਦਕੇ ਲਿਆਉਣ ਲਈ ਕਿਹਾ ਪੁਰਸ਼ ਨੂੰ। ਚੌਪਈ ਕੀਰਤਪੁਰ ਮਹਿ ਸੋ ਚੱਲ ਆਇਓ। ਜਦੋਂ ਪੁਰਸ਼ ਰਵਿਦਾਸ ਕੇ ਨਗਰ ਵਿੱਚ ਗਿਆ ਭਾਈ ਭਾਨਾ ਜੀ ਦਾ ਉਹ ਵਚਨ ਸੁਣਾਇਆ ਵੀ ਤੈਨੂੰ ਆਪ ਜੀ ਦੇ ਪਿਤਾ ਜੀ ਉੱਥੇ ਕੀਰਤਪੁਰ ਸਾਹਿਬ ਕੇ ਸਦਰੇ ਬੁਲਾਰੇ ਚਲੇ ਜਾਓ। ਉਸ ਵੇਲੇ ਕੀਰਤਪੁਰ ਸਾਹਿਬ ਦੇ ਵਿੱਚ ਚੱਲ ਕੇ ਆਇਆ ਸਰਵਣ ਪੁੱਤਰ। ਗੁਰ ਜਸ ਭਲੇ ਭਾਖ ਸਮਝਾਇਓ। ਆਪਣੇ ਪੁੱਤਰ ਸਰਵਣ ਨੂੰ ਭਾਈ ਭਾਨਾ ਜੀ ਨੇ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਚੰਗੀ ਤਰ੍ਹਾਂ ਜਿਹੜਾ ਜਸ ਹੈ ਉਹ ਕਹਿ ਕੇ ਸਮਝਾਇਆ ਹੈ। ਸ੍ਰੀ ਹਰਿ ਰਾਏ ਬਾਹ ਪਕਰਾਈ। ਫਿਰ ਆਪਣੇ ਪੁੱਤਰ ਭਾਈ ਸਰਵਣ ਦੀ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਬਾਂਹ ਪਕੜਾ ਦਿੱਤੀ ਹੈ। ਆਪਣੇ ਨਿਕਟ ਰੱਖੋ ਸੁਖਦਾਈ। ਬਾਂਹ ਪਕੜਾ ਕੇ ਬੇਨਤੀ ਕੀਤੀ ਹੈ, ਹੇ ਸੁਖ ਦੇਣ ਵਾਲੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਮੇਰੇ ਪੁੱਤਰ ਨੂੰ ਮਾਰਾ ਆਪਣੇ ਕੋਲ ਹੀ ਰੱਖੋ, ਆਪਣੀ ਹਜ਼ੂਰੀ ਵਿੱਚ ਰੱਖੋ ਹਮੇਸ਼ਾ। ਆਪ ਕਰੀ ਭਾਨੇ ਪਗ ਨਮੋ। ਜੋ ਪੁੱਤਰ ਨੂੰ ਸਤਿਗੁਰੂ ਹਰਿਰਾਏ ਸਾਹਿਬ ਦੇ ਚਰਨੀ ਲਾ ਕੇ ਆਪ ਭਾਈ ਭਾਨਾ ਜੀ ਨੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਗੁਰ ਤੇ ਵਿਦਾ ਹੋਏ ਤਿਹ ਸਮੋ। ਉਸ ਸਮੇਂ ਨਮਸਕਾਰ ਕਰਕੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਪਾਸੋਂ ਵਿਦਾ ਹੋ ਗਿਆ, ਜਾਨੀ ਚੱਲ ਪਿਆ ਹੈ। ਪਹੁੰਚਿਓ ਆਪਨ ਗ੍ਰਾਮ ਰਮਦਾਸ। ਜੋ ਰਵਿਦਾਸ ਕੇ ਨਗਰ ਆਪਣਾ ਇਹਨਾਂ ਦਾ ਨਗਰ ਹੈ ਉੱਥੇ ਜਾ ਪਹੁੰਚਾ ਹੈ। ਕੇਤਿਕ ਸਮੋ ਸਦਨ ਮਹਿਬਾਸ। ਜਿੰਨਾ ਕੁ ਉਮਰ ਦਾ ਸਮਾਂ ਸੀ ਉਹ ਕਿੰਨਾ ਸਮਾਂ ਆਪਣੇ ਘਰ ਦੇ ਵਿੱਚ ਉਸਨੇ ਵਸਣਾ ਰਸਨਾ ਕੀਤਾ, ਵਾਸਾ ਕੀਤਾ। ਤਨ ਕੋ ਤਿਆਗ ਗੁਰੂ ਪੁਰ ਗਇਓ। ਜਦੋਂ ਜ਼ਿੰਦਗੀ ਪੂਰੀ ਹੋ ਗਈ, ਉਮਰ ਪੂਰੀ ਹੋ ਗਈ, ਸਰੀਰ ਨੂੰ ਛੱਡ ਕੇ ਕਿ ਭਾਈ ਭਾਨਾ ਜੀ ਵੀ ਗੁਰਪੁਰੀ ਚਲੇ ਗਏ, ਜਾਨੀ ਸੱਚਖੰਡ ਜਾ ਪਹੁੰਚੇ ਹਨ। ਬ੍ਰਹਮ ਗਿਆਨ ਕੋ ਜਿਹ ਸੁਖ ਭਇਓ। ਜਿਸ ਭਾਈ ਭਾਨਾ ਜੀ ਨੂੰ ਬ੍ਰਹਮ ਦੇ ਗਿਆਨ ਕਰਕੇ ਮਹਾਨ ਜਿਹੜਾ ਆਪਣੇ ਆਪੇ ਦਾ ਸੁਖ ਹੋਇਆ ਹੈ। ਕੀਰਤਪੁਰ ਮਹਿ ਸ੍ਰੀ ਹਰਿ ਰਾਏ। ਇਧਰ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਰਹੇ ਬਿਰਾਜਤ ਗੁਰਤਾ ਪਾਏ। ਜੋ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਤਖਤ ਪਾ ਕੇ ਵਿਰਾਜ ਰਹੇ ਆ, ਸੋ ਰਹੇ ਹਨ। ਸੂਰਜ ਮਲ ਰਹਿ ਨਿਕਟ ਸਦੀਵਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦਿੱਤੇ ਤਾਂ ਛੋਟਾ ਜਿਹੜਾ ਭਰਾ ਹੈ ਸੂਰਜ ਮਲ, ਉਹ ਹਮੇਸ਼ਾ ਕੋਲ ਰਹਿੰਦਾ ਹੈ। ਕਹੇ ਪਿਤਾ ਕੇ ਕਰ ਮਨ ਨੀਵਾ। ਕਿਉਂਕਿ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੂਰਜ ਮਲ ਪੁੱਤਰ ਨੂੰ ਸਮਝਾ ਦਿੱਤਾ ਸੀ ਕਿ ਨਿਮ ਕੇ ਚੁੱਕ ਕੇ ਰਹਿਣਾ ਹੈ। ਇਸ ਕਰਕੇ ਨਿਮ ਕੇ ਚੁੱਕ ਕੇ ਮਨ ਨੂੰ ਨੀਵਾਂ ਕਰਕੇ ਹਜ਼ੂਰੀ ਵਿੱਚ ਰਹਿੰਦਾ ਹੈ। ਕੇਤਿਕ ਮਾਸ ਬਤੀਤੇ ਜਬੈ। ਜਦੋਂ ਗੁਰਤਾ ਗੱਦੀ ਦੇ ਤਖਤ ਨੂੰ ਪਾਇਆ ਹੋਇਆ ਕੁਝ ਕੁ ਮਹੀਨੇ ਬੀਤੇ ਹਨ। ਮਰਵਾਹੀ ਤਨ ਤਾ ਤਿਆਗਿਓ ਤਬੈ। ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਪਤਨੀ ਮਰਵਾਹੀ ਹੈ, ਮਹਾਦੇਵੀ ਹੈ, ਉਹਨੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ ਹੈ। ਜਥਾ ਜੋਗ ਦੇਹ ਕੋ ਸੰਸਕਾਰਾ। ਸੂਰਜ ਮਾਲੇ ਦਾ ਪੁੱਤਰ ਸੀ, ਜਿਸ ਤਰ੍ਹਾਂ ਯੋਗਤਾ ਬਣਦੀ ਸੀ ਉਸ ਢੰਗ ਨਾਲ
अपने माता का इसने संस्कार कर देता है। कर्म कराए पुत्र तब सारा सूरजमल पुत्र ने सारा जरा कर्म किया है, माता दे दान पुण्य करना, पाठ पूजा करानी है, सारा कराया कराया आगे हो के दीनस दान अधिक तिस काला अपने माता दे निवेद बहुत गिनपा नूं बहुता बहुता दान इसने दिता है। साध दिजन तृपतावत जाला इस तरह घर विच बुला के खुला डुला लंगर कीता, साधु संतां नूं होर गुरसिख गरीब ब्राह्मणां नूं भी तृप्त कीता रजाया है। जे नह आए सिखिਆ ਮਸੰਦ ਜਿਹੜੇ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਗ੍ਰਹਣ ਕਰਨ ਸਮੇਂ ਸਿੱਖ ਜਾਂ ਮਸੰਦ ਨਹੀਂ ਆ ਸਕੇ ਸੀ, ਪੁਨ ਸੁਧ ਸੁਨ ਸ੍ਰੀ ਹਰਿ ਗੋਬਿੰਦ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੱਚਖੰਡ ਗ੍ਰਹਣ ਕਰਨ ਦੀ ਉਹਨਾਂ ਨੇ ਖਬਰ ਸੁਣੀ। ਕੇਤਿਕ ਸੰਮਤ ਮਹਿ ਚੱਲ ਆਵਤ ਐਸੇ ਵੀ ਗੁਰਸਿੱਖ ਸਨ ਜਿਹੜੇ ਸਾਲ ਤੋਂ ਬਾਅਦ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਚੱਲ ਕੇ ਆਇਆ ਕਰਦੇ ਸਨ। ਖਸ਼ਟ ਮਾਸ ਮਹਿ ਕੋ ਦਰਸਾਵਤ 6 ਮਹੀਨਿਆਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਆ ਕੇ ਦਰਸ਼ਨ ਦੀਦਾਰ ਕਰਿਆ ਕਰਦਾ ਸੀ। ਸੋ ਸਭ ਲਏ ਅਕੋਰਨ ਆਏ ਉਹ ਸਾਰੇ ਜਿਹੜੇ ਗੁਰਸਿੱਖ ਆਪੋ ਆਪਣੀਆਂ ਭੇਟਾਵਾਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਚੱਲ ਕੇ ਆਏ ਹਨ। ਭਗਤੂ ਬਹਿਲੋ ਸਿੱਖ ਸਮੁਦਾਏ ਇਹਨਾਂ ਦੇ ਵਿੱਚ ਭਾਈ ਭਗਤੂ ਜੀ, ਭਾਈ ਵਹਿਲੋ ਜੀ, ਹੋਰ ਮਹਾਨ ਗੁਰਸਿੱਖ ਬੇਅੰਤ ਨਿਜ ਨਿਜ ਸੰਗਤ ਕੋ ਸੰਗ ਲਿਆਏ ਆਪੋ ਆਪਣੀ ਜਿਹੜੀ ਇਲਾਕੇ ਦੀ ਸੰਗਤ ਉਹਨੂੰ ਵੀ ਪ੍ਰੇਰ ਕੇ ਨਾਲ ਹੀ ਲੈ ਕੇ ਆਏ ਜੇ ਚਰਨ ਗੁਰੂ ਹਰਿ ਰਾਏ ਹਾਂ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਆ ਕੇ ਸਾਰਿਆਂ ਨੇ ਚਰਨਾਂ ਨੂੰ ਪੂਜਿਆ ਮਨਾਇਆ ਹੈ, ਮੱਥੇ ਟੇਕੇ ਹਨ। ਵਿਸਾਖੀ ਆਰ ਦੀਪਕ ਮਾਲਾ ਜਿਵੇਂ ਵਿਸਾਖੀ ਦਾ ਜੋੜ ਮੇਲਾ, ਹੋਰ ਇਸੇ ਤਰ੍ਹਾਂ ਦੀਵਾਲੀ ਆਨ ਮਿਲਹਿ ਕੀਰਤਪੁਰ ਜਾਲਾ ਜਿੰਨੇ ਗੁਰੂ ਕੇ ਸਿੱਖ ਸੇਵਕ ਕੀਰਤਪੁਰ ਸਾਹਿਬ ਦੇ ਵਿੱਚ ਬਹੁਤ ਹੀ ਆ ਕੇ ਮਿਲ ਜਾਂਦੇ, ਬਹੁਤੇ ਇਕੱਠਿਆਂ ਹੋ ਜਾਂਦੇ। ਮਨੋ ਕਾਮਨਾ ਚਾਹੈ ਸੋ ਪਾਵੈ ਜੋ ਵੀ ਗੁਰਸਿੱਖ ਕੋਈ ਮਨ ਦੀਆਂ ਕਾਮਨਾ ਚਾਹੁੰਦੇ ਹਨ ਉਹ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਸੋਂ ਪਾਉਂਦੇ ਹਨ, ਪੂਰੀਆਂ ਕਰਦੇ ਹਨ। ਕਰਾਮਾਤ ਕਾਮਲ ਦਰਸਾਵੈ ਗੁਰੂ ਹਰਿ ਰਾਏ ਸਾਹਿਬ ਜੀ ਕਰਾਮਾਤਾਂ ਵਿੱਚ ਪੂਰਨ ਹਨ, ਉਹ ਦੇਖਦੇ ਹਨ, ਤੱਕਦੇ ਹਨ ਗੁਰਸਿੱਖ। ਸੂਰਜ ਮਲ ਪ੍ਰਾਪਤ ਸੁਖ ਰਾਸਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਸੂਰਜ ਮਲ ਹੈ, ਇਸ ਨੂੰ ਵੀ ਬਹੁਤੇ ਸੁਖ ਪ੍ਰਾਪਤ ਹੋ ਰਹੇ ਹੈ। ਬੈਠੈ ਬਿਕਸ ਭਤੀਜੇ ਪਾਸਾ ਜੋ ਰਾਏ ਸਾਹਿਬ ਸੰਸਾਰੀ ਸੰਬੰਧ ਕਰਕੇ ਇਹਨਾਂ ਦੇ ਭਤੀਜੇ ਲੱਗਦੇ, ਉਹਨਾਂ ਦੇ ਕੋਲੇ ਬੈਠਦਾ ਸੂਰਜ ਮਲ ਹਮੇਸ਼ਾ। ਚਾਹੈ ਸੋ ਪਾਵੈ ਵਸਤ ਮਹਾਨਾ ਜੋ ਕੋਈ ਪਰਿਵਾਰ ਵਾਸਤੇ ਮਹਾਨ ਵਸਤੂਆਂ ਚ ਪਹੁੰਚਣ ਚਾਹੀਦੀਆਂ ਸਾਰੀਆਂ ਸਤਿਗੁਰੂ ਹਰਿ ਰਾਏ ਸਾਹਿਬ ਪਾਸੋਂ ਇਹ ਪਾਉਂਦਾ ਹੈ ਸੂਰਜ ਮਲ। ਮਿਲਿਓ ਕਰਤ ਆਪਣੀ ਗੁਜਰਾਨਾ ਸਤਿਗੁਰੂ ਹਰਿ ਰਾਏ ਸਾਹਿਬ ਨਾਲ ਮਿਲ ਜੁੜ ਕੇ ਆਪਣਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਜਿਮ ਸ੍ਰੀ ਹਰਿ ਗੋਬਿੰਦ ਢਿੱਗ ਆਵੈ ਜਿਸ ਤਰ੍ਹਾਂ ਇਹ ਸੂਰਜ ਮਲ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਿਤਾ ਕੋਲ ਚੱਲ ਕੇ ਆਇਆ ਕਰਦਾ ਸੀ। ਤਿਮ ਚਾਹ ਦੇਸ਼ ਤੇ ਸਿੱਖ ਉਮਡਾਵੈ ਇਸੇ ਤਰ੍ਹਾਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਦੇ ਚਾਰ ਸਪੇਰੇ ਤੋਂ ਸਿੱਖ ਚੱਲ ਕੇ ਆਇਆ ਕਰਦੇ ਸਨ, ਇਸੇ ਤਰ੍ਹਾਂ ਚਾਰੇ ਤਸਾਂ ਤੋਂ ਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨ ਕਰਨ ਲਈ ਸਿੱਖ ਸੇਵਕ ਉਮੜਾਉਂਦੇ ਉੜਦੇ ਹਨ। ਕੇਤਿਕ ਚਿਤ ਮਹਿ ਚਿਤਵਤ ਬਾਤੀ ਇਹ ਤਾਂ ਰਸਤੇ ਵਿੱਚ ਆਉਂਦਿਆਂ ਚਿੱਤ ਵਿੱਚ ਇਹੋ ਜਿਹੀ ਗੱਲ ਸੋਚਦੇ ਵਿਚਾਰਦੇ ਪਰਖਨ ਹਿਤ ਅਜਮਤ ਬਖਿਆਤੀ ਬਈ ਹਰਿ ਰਾਏ ਸਾਹਿਬ ਜੀ ਦੀ ਪ੍ਰਗਟ ਤੌਰ ਤੇ ਆਪਾਂ ਵੀ ਕਰਾਮਾਤ ਸ਼ਕਤੀ ਦੀ ਪਰਖ ਕਰ ਲਈਏ। ਕਰਾਮਾਤ ਰਤਨਾਕਰ ਭਰਿਓ ਗੁਰੂ ਹਰਿ ਰਾਏ ਸਾਹਿਬ ਤਾਂ ਸ਼ਕਤੀਆਂ ਦੇ ਸਮੁੰਦਰ ਭਰੇ ਹੋਏ
ਭਾਲੇ। ਕਿਮ ਸੋ ਦੁਰਹਿ ਤਰਨ ਜਨ ਚਾਰਿਓ। ਕਹਿੰਦੇ ਉਹ ਕਿਵੇਂ ਲੋਕ ਛਿਪਦੇ ਆ ਜਿਹੜੇ ਸ਼ਕਤੀਆਂ ਦੇ ਸਮੁੰਦਰ ਹਰਾਏ ਸੇ। ਉਹ ਤਾਂ ਜਿਵੇਂ ਆਕਾਸ਼ ਵਿੱਚ ਸੂਰਜ ਚੜ੍ਹਿਆ ਹੋਇਆ ਛਿਪ ਨਹੀਂ ਨਾ ਸਕਦਾ, ਲੋਪ ਨਹੀਂ ਹੋ ਸਕਦਾ ਹੈ। ਉਹ ਗੁਰੂ ਹਰਾਏ ਸੇ ਸ਼ਕਤੀਆਂ ਦੇ ਸਮੁੰਦਰ ਹਨ, ਕਿਵੇਂ ਉਹ ਕੋਟ ਹੋ ਸਕਦੇ। ਸਿੱਖੋ ਜਿਤੋਂ ਦੇ ਵੀ ਜੇ ਗੁਰੂ ਮਹਾਰਾਜ ਆ ਜਾਣ ਲੈਣ ਮੈਂ ਸਮਝਾਂਗਾ ਪੂਰੇ ਗੁਰੂ ਹੈ। ਇਸ ਤਰ੍ਹਾਂ ਦੀ ਗੱਲ ਕਰਕੇ ਮੈਨੂੰ ਬੁਲਾਉਣ ਫਿਰ ਮੈਂ ਸਮਝਾਂਗਾ। ਆ ਜਾਂਦਿਆਂ ਸਾਰ ਸਤਿਗੁਰੂ ਕਹਿ ਦੇਣ ਮੇਰਾ ਨਾਂ ਲੈ ਕੇ ਫਿਰ ਮੈਂ ਸਮਝਾਂਗਾ ਵੀ ਸ਼ਕਤੀਆਂ ਵਾਲੇ ਹਾਂ। ਚਿਤਵੇ ਜੋ ਸੋਚਦੇ ਉਸੇ ਤਰ੍ਹਾਂ ਜੋ ਮਨਸੁਖ ਸ਼ਾਹੂਕਾਰ ਲਾਹੌਰ ਵਾਸੀ ਸੀ, ਜਦੋਂ ਭਾਈ ਮਰਦਾਨਾ ਜੀ ਦੇ ਵਾਸਤੇ ਵੀ ਭੈਣ ਦਾ ਵਿਵਾਹ ਸੀ, ਸਾਜੋ ਸਮਾਨ ਜਾ ਲੈਣ ਵਾਸਤੇ ਗਿਆ ਸੀ। ਉਸ ਵੇਲੇ ਸਾਰੀ ਲਿਸਟ ਪੜ੍ਹ ਕੇ ਕਹਿਣ ਲੱਗੇ ਵੀ ਬਾਕੀ ਤਾਂ ਸਾਰਾ ਕੁਝ ਸਾਜੋ ਸਮਾਨ ਤਿਆਰ ਹੈ। ਇਹ ਭਾਈ ਸਧਾਰਨ ਗੁਰਸਿੱਖ ਆ ਜਿਹੜਾ ਚੂੜਾ ਲਿਖਿਆ ਨਾ, ਇੱਕ ਤਾਂ ਮੇਰੇ ਘਰੇ ਪਿਆ ਹੈ ਤੇ ਇੱਕ ਬਣਾਉਣਾ ਪਏਗਾ। ਇਸ ਤਰ੍ਹਾਂ ਇਹਦੇ ਕਰਕੇ ਰਾਤ ਲੱਗ ਜਾਏਗੀ। ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਹੈ ਵੀ ਇੱਕ ਰਾਤ ਤੋਂ ਵੱਧ ਰਾਤ ਨਹੀਂ ਕਰਨੀ, ਕੱਢਣੀ ਹੈ। ਲੱਗਿਆ ਇਹੋ ਜਿਹੇ ਗੁਰੂ ਬਥੇਰੇ ਮੈਂ ਦੇਖਿਆ ਪਖੰਡੀ ਡੰਬੀ। ਕਹਿਣ ਲੱਗਿਆ ਨਹੀਂ ਮੇਰੇ ਤੇਰੇ ਗੁਰੂ ਤਾਂ ਪੂਰੇ ਹੈ, ਡੰਬੀ ਪਖੰਡੀ ਨੇ ਤਾਂ ਡੰਬੀਆਂ ਪਖੰਡਿਆਂ ਦਾ ਪਰਦਾ ਫਾਸ ਕਰਨ ਵਾਲੇ, ਉਹਨਾਂ ਨੂੰ ਡੰਬ ਤੋਂ ਹਟਾਉਣ ਵਾਲੇ ਆ ਮੇਰੇ ਗੁਰੂ। ਉਹ ਤਾਂ ਮੰਦੀਆਂ ਜਾਣਦੇ। ਕਹਿਣ ਲੱਗੇ ਠੀਕ ਹੈ, ਜਿੱਥੇ ਸ਼ਰਧਾ ਹੁੰਦੀ ਉੱਥੇ ਕਹਿਣਾ ਕਹਾਣਾ ਹੁੰਦਾ ਹੈ, ਪਰ ਮੈਂ ਤਾਂ ਨੇੜੇ ਹੋ ਕੇ ਵੇਖਿਆ ਬਥੇਰਿਆਂ ਨੂੰ ਕੋਈ ਪੂਰਾ ਨਹੀਂ ਦਿਸਿਆ ਹੈ। ਇਹ ਕਹਿਣ ਲੱਗਿਆ ਵੀ ਤੂੰ ਦੇਖੇ ਹੋਣਗੇ, ਪਰ ਜਿਹੜੇ ਮੇਰੇ ਗੁਰੂ ਨਾਨਕ ਸਾਹਿਬ ਪੂਰੇ ਹੈ, ਬੰਦੀਆਂ ਜਾਣਨ ਵਾਲੇ ਹੈ, ਤੇ ਬਿਨਾਂ ਕਹੇ ਤਾਂ ਸਭ ਕੁਛ ਹੀ ਦੱਸ ਦਿੰਦੇ ਹੈ। ਕਹਿਣ ਲੱਗਿਆ ਵੀ ਠੀਕ ਹੈ, ਫਿਰ ਮੈਂ ਜਾ ਕੇ ਪਰਖ ਕਰਾਂਗਾ। ਜੇ ਗੁਰੂ ਮਹਾਰਾਜ ਨੇ ਮੇਰੇ ਮਨ ਦੀ ਬੁੱਝ ਲਈ ਨਾ, ਫਿਰ ਮੈਂ ਸਮਝਾਂਗਾ ਪੂਰੇ ਹੈ। ਕਹਿਣ ਲੱਗਿਆ ਇਹ ਤਾਂ ਗੱਲ ਹੀ ਉੱਥੇ ਕੁਝ ਨਹੀਂ ਹੈ। ਬਹੁਤ ਸਵੇਰੇ ਫਿਰ ਸਾਰਾ ਸਾਜੋ ਸਮਾਨ ਦੇ ਦਿੱਤਾ ਹੈ। ਇੱਕ ਜਿਹੜਾ ਚੂੜਾ ਆਪਣੇ ਘਰੇ ਸੀ, ਇੱਕ ਦੂਜਾ ਬਣਵਾ ਦਿੱਤਾ ਹੈ। ਇਹ ਜਦੋਂ ਇਹ ਚੱਲ ਕੇ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ, ਰਸਤੇ ਵਿੱਚ ਆਉਂਦੇ ਆਉਂਦੇ ਫੁਰਨਾ ਨਿਯਮ ਕੀਤਾ ਕਿ ਜੇ ਗੁਰੂ ਨਾਨਕ ਸਾਹਿਬ ਜੀ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਣਾ, ਕਿਉਂਕਿ ਪਹਿਲਾਂ ਹੀ ਵਾਰੀ ਤਾਂ ਕਿਤੇ ਮੇਲ ਜੋਲ ਨਹੀਂ ਨਾ ਹੋਇਆ ਹੈ, ਗੱਲਬਾਤ ਨਹੀਂ ਹੋਈ ਹੈ। ਜੇ ਇਸ ਤਰ੍ਹਾਂ ਮੈਨੂੰ ਕਹਿ ਤੇ ਫਿਰ ਮੈਂ ਸਮਝਾਂਗਾ ਵੀ ਹਾਂ ਇਹ ਪੂਰੀ ਹੈ। ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਬੈਠਾ, ਮਹਾਰਾਜ ਨੇ ਆਵਾਜ਼ ਮਾਰੀ ਵੀ ਆ ਵੀ ਮਨਸੁਖ ਸ਼ਾਹੂਕਾਰ, ਪਹਿਲਾਂ ਤਾਂ ਤੂੰ ਵੀ ਨਾ ਹੀ ਤੇਰਾ ਮਾਪਿਆਂ ਨੇ ਰੱਖਿਆ ਮਨਸੁਖ, ਹੁਣ ਵੀ ਤੂੰ ਮਨ ਨੂੰ ਸੁਖ ਸਹਿਜ ਸੁਖੀ ਕਰਿਆ ਚਾਹੁੰਦਾ ਹੈ। ਇਹ ਨਾਂ ਨੂੰ ਸਫਲ ਕਰ ਲਿਆ ਚਾਹੁੰਦਾ ਹੈ, ਮਨ ਨੂੰ ਸੁਖਾਂ ਸਹਿਜ ਕਰਿਆ ਚਾਹੁੰਦਾ। ਆਓ ਬੈਠ। ਜਦੋਂ ਨਾਂ ਲੈ ਕੇ ਬੁਲਾਇਆ, ਉਹਦੇ ਚਰਨੀ ਉੱਠ ਕੇ ਗਿਆ, ਕਹਿੰਦਾ ਮਾਰੇ ਪੂਰੇ। ਇਸ ਤਰ੍ਹਾਂ ਫਿਰ ਇਹਨੇ ਸ਼ਬਦ ਵੀ ਲਿਖ ਲਏ ਸੀ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਕਿ ਅੰਮ੍ਰਿਤ ਵੇਲੇ ਉੱਠ ਕੇ ਤੂੰ ਇਸ਼ਨਾਨ ਕਰਕੇ ਸ਼ਬਦ ਪੜ੍ਹਿਆ ਕਰ, ਫਿਰ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਇਸ ਤਰ੍ਹਾਂ ਭੋਗ ਲਵਾ ਕੇ ਉਦੋਂ ਬਾਅਦ ਵੀ ਛਕ ਕੇ ਤੂੰ ਆਪਣਾ ਕੰਮ ਕਾਰ ਕਰਿਆ ਕਰ। ਤੇ ਜਿੱਥੇ ਕਿਤੇ ਵੀ ਬਾਹਰਲੇ ਦੇਸ਼ਾਂ ਵਿੱਚ ਵੀ ਬਿਜ਼ਨਸ ਕਰਨ ਲਈ ਚਲਾ ਜਾਂਦਾ ਸੀ, ਉੱਥੇ ਵੀ ਐਸਾ ਕਰਦਾ ਸੀ। ਇਸ ਤਰ੍ਹਾਂ ਜਾਣੀ ਮਨਸੁਖ ਦੇ ਮਨ ਵਿੱਚ ਵੀ ਐਸਾ ਖਿਆਲ ਸੀ, ਮਹਾਰਾਜ ਮੇਰਾ ਨਾਮ ਲੈਣ ਬੁਲਾਉਣ ਸੱਦਣ ਫਿਰ ਮੈਂ ਜਾਣਾਗਾ। ਇਸੇ ਤਰ੍ਹਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਸੰਬੰਧ ਵਿੱਚ ਗੁਰਸਿੱਖ ਆਉਂਦੇ ਸੋਚਦੇ ਆਉਂਦੇ ਵੀ ਜੇ ਮਹਾਰਾਜ ਆ ਜਾਣ ਲੈਣ ਫਿਰ ਮੈਂ ਸਮਝਾਂਗਾ ਪੂਰਾ, ਕਿਉਂ ਕਹਿ ਦੇਣ ਤਾਂ ਫਿਰ ਸਮਝਾਂਗਾ ਪੂਰੇ।
ਗੁਰੂ ਹਰਿਰਾਏ ਸਾਹਿਬ ਜੀ ਤਾਂ ਕਹਿੰਦੇ ਸ਼ਕਤੀਆਂ ਦੇ ਸਮੁੰਦਰ ਭਰੇ ਪਏ, ਉਹਨਾਂ ਵਾਸਤੇ ਕੀ ਹੈ? ਜਿਵੇਂ ਸੂਰਜ ਆਕਾਸ਼ ਵਿੱਚ ਚੜ੍ਹਿਆ ਘੁਮੇ ਲੋਕ ਸਕਦਾ ਹੈ, ਗੁਰੂ ਹਰਿਰਾਏ ਸਾਹਿਬ ਸ਼ਕਤੀਆਂ ਦੇ ਸਮੁੰਦਰ ਉਹ ਭਲਾ ਕਿਵੇਂ ਗੋਤ ਰਹਿ ਸਕਦੇ ਹਨ। ਚੌਹ ਚੱਕਨ ਸੰਸੈ ਜੋ ਅੰਧੇਰਾ, ਚਾਰੇ ਤਰਫਾਂ ਵਿੱਚ ਗੁਰਸਿੱਖਾਂ ਦੇ ਮਨਾਂ ਵਿੱਚ ਜਿਹੜਾ ਕੋਈ ਸੰਸਾਰ ਰੂਪੀ ਹਨੇਰਾ ਜਾ ਹੈ ਸੀ, ਕਰਿਓ ਦੂਰ ਨਹਿ ਲਾਗੀ ਦੇਰਾ। ਕਹਿੰਦੇ ਉਹ ਬੜਾ ਝਟਪਟੀ ਕਹਿੰਦੇ ਹਨੇਰਾ ਦੂਰ ਕਰ ਦਿੱਤਾ। ਕੋਈ ਸਤਿਗੁਰੂ ਹਰਿਰਾਏ ਸਾਹਿਬ ਨੇ ਜੀ ਨੇ ਦੇਰ ਦੀ ਲੱਗਣ ਦਿੱਤੀ ਹੈ। ਭਗਤੂ ਰਹਿ ਨਿਕਟ ਹਿਤ ਧਰੈ, ਆ ਭਾਈ ਪੁੱਛੋ ਕੇ ਧਨਵਾਸੀ ਭਾਈ ਭਗਤੂ ਜੀ ਹਮੇਸ਼ਾ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਹੀ ਰਹਿਣ ਲੱਗ ਪਿਆ। ਪ੍ਰੇਮ ਸਹਿਤ ਦਰਸ਼ਨ ਕੋ ਕਰੈ, ਬੜੇ ਪ੍ਰੇਮ ਪਿਆਰ ਸਹਿਤ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਦੀਦਾਰ ਕਰਦਾ ਹੈ। ਰਿੱਧ ਭਇਓ ਬਹੁ ਬੈਸ ਬਿਹਾਈ, ਕਹਿੰਦੇ ਬਹੁਤੀ ਉਮਰ ਬੀਤ ਗਈ ਸੀ, ਜਿਸ ਕਰਕੇ ਬਹੁਤਾ ਵੱਡਾ ਇਹ ਬਿਰਧ ਜਾ ਹੋ ਗਿਆ, ਬੁੱਢਾ ਹੋ ਗਿਆ ਹੈ। ਚਾਹੇ ਗੁਰੂ ਢਿਗ ਸੇਵ ਕਮਾਈ, ਆ ਕਹਿੰਦੇ ਬਿਰਧ ਹੋ ਕੇ ਵੀ ਫੇਰ ਵੀ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਹਜ਼ੂਰੀ ਵਿੱਚ ਰਹਿ ਕੇ ਕੋਈ ਨਾ ਕੋਈ ਇਹ ਸੇਵਾ ਕਰਿਆ ਚਾਹੁੰਦਾ ਹੈ। ਬੀਤ ਗਇਓ ਕੇਤਿਕ ਜਬ ਸਮ, ਜਦੋਂ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਰਹਿੰਦਿਆਂ ਭਾਈ ਭਗਤੀ ਜੀ ਨੂੰ ਕੁਝ ਸਮਾਂ ਲੰਘ ਗਿਆ ਹੈ। ਰਹਿ ਨਿਕਟ ਦਰਸਹਿ ਕਰ ਨਮੋ, ਮਹਾਰਾਜ ਦੇ ਹਜ਼ੂਰੀ ਵਿੱਚ ਰਹਿੰਦਾ ਤੇ ਇਸੇ ਤਰ੍ਹਾਂ ਨਮਸਕਾਰ ਕਰਕੇ ਦਰਸ਼ਨ ਕਰਦਾ ਹੈ। ਇੱਕ ਦਿਨ ਹਾਥ ਜੋੜ ਕਰ ਕਹਿਓ, ਇੱਕ ਦਿਨ ਭਾਈ ਭਗਤੂ ਜੀ ਨੇ ਹੱਥ ਜੋੜ ਕੇ ਸਤਿਗੁਰੂ ਹਰਿਰਾਏ ਸਾਹਿਬ ਜੀ ਨੂੰ ਕਹਿ ਦਿੱਤਾ ਹੈ, ਸੇਵਾ ਬਖਸ਼ੋ ਮੈਂ ਚਿਤ ਚਾਹਿਓ। ਮੇਰਾ ਚਿੱਤ ਬੜਾ ਚਾਹੁੰਦਾ ਹੈ, ਮੈਨੂੰ ਵੀ ਕੋਈ ਸੇਵਾ ਕਰ ਲਈ ਦੱਸੋ, ਬਖਸ਼ੋ। ਬਿਨ ਸੇਵਾ ਤੇ ਬੈਸ ਅਕਾਰਥ, ਕਿਉਂਕਿ ਗੁਰੂ ਕੀ ਸੇਵਾ ਕੀਤੇ ਤੋਂ ਬਗੈਰ ਤਾਂ ਅਮਰਤ ਐਵੇਂ ਵਿਅਰਥ ਹੀ ਜਾਂਦੀ ਹੈ। ਮੈਂ ਨਾ ਬਿਤਾਵਾਂ ਕਾਰਾਂ ਸ਼ਕਾਰਥ, ਮੈਂ ਤਾਂ ਮਹਾਰਾਜ ਸੇਵਾ ਤੋਂ ਬਗੈਰ ਜਿਹੜੀ ਅਮਰ ਬਤੀਤ ਦੀ ਕਰਨਾ ਚਾਹੁੰਦਾ, ਮੈਂ ਸਫਲੀ ਕਰਿਆ ਚਾਹੁੰਦਾ ਸੇਵਾ ਕਰਕੇ। ਨਿਸ ਦਿਨ ਬੈਠਿਓ ਭੀ ਬਿਤ ਜਾਵੇ, ਕਿਉਂਕਿ ਜਿਹੜੀ ਅਮਰ ਹੈ ਤਾਂ ਮਹਾਰਾਜ ਦੇ ਰਾਤ ਦਿਨ ਵਿਹਲੇ ਬੈਠੇ ਜਾਈਏ ਫਿਰ ਵੀ ਬੀਤੀ ਜਾਣੀ ਹੈ ਵਿਹਲਿਆਂ ਦੀ। ਸਫਲ ਤਿਨੋ ਗੁਰ ਸੇਵ ਕਮਾਵੇ, ਪਰ ਉਹਨਾਂ ਦੀ ਅਮਰ ਮਹਾਰਾਜ ਸਫਲ ਹੁੰਦੀ ਹੈ ਜਿਹੜੀ ਗੁਰੂ ਕੀ ਸੇਵਾ ਕਮਾਉਂਦੇ। ਮਨ ਕੋ ਰਾਖਨ ਸਦ ਗੁਰ ਸਾਥ, ਹੱਥਾਂ ਨਾਲ ਸੇਵਾ ਕਰਨੀ, ਮਨ ਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਰੱਖਣਾ ਜੋੜ ਕੇ। ਗੁਰ ਸੇਵਾ ਮਹਿ ਪਗ ਹਰ ਹਾਥ, ਹੱਥ ਤੇ ਜਿਹੜੇ ਪੈਰ ਹੈ ਗੁਰੂ ਕੀ ਸੇਵਾ ਵਿੱਚ ਜੋੜਦੇ ਨੇ, ਮਨ ਨੂੰ ਗੁਰੂ ਦੇ ਨਾਲ ਜੋੜੀ ਰੱਖਣਾ। ਤਿਨ ਕੀ ਬੈ ਸਕਾਰਥੀ ਹੋਵੇ, ਜਿਹੜੇ ਮਾਰਾ ਹੱਥਾਂ ਪੈਰਾਂ ਨਾਲ ਗੁਰੂ ਸੇਵਾ ਕਰਦੇ, ਮਨ ਨੂੰ ਗੁਰੂ ਨਾਲ ਜੋੜ ਕਰਕੇ ਰੱਖਦੇ, ਉਹਨਾਂ ਦੀ ਉਮਰ ਮਹਾਰਾ ਸਫਲੀ ਹੋ ਜਾਂਦੀ ਹੈ। ਜਨਮ ਜਨਮ ਕੀ ਮਲ ਕੋ ਧੋਵੇ, ਉਹ ਜਨਮਾਂ ਦੀ ਜਿਹੜੀ ਪਾਪ ਨੂੰ ਮੈਲ ਲੱਗੀ ਹੁੰਦੀ, ਉਹ ਗੁਰੂ ਕੀ ਸੇਵਾ ਜਲ ਵਾਂਗ ਉਹਨੂੰ ਧੋ ਸਕਦੀ ਲਾ ਦਿੰਦੀ ਹੈ। ਸ੍ਰੀ ਹਰਿ ਰਾਏ ਬ੍ਰਿਧ ਕੋ ਦੇਖ, ਉਸ ਵੇਲੇ ਸਤਿਗੁਰੂ ਹਰਿਰਾਏ ਸਾਹਿਬ ਨੇ ਭਾਈ ਭਗਤੂ ਜੀ ਨੇ ਬਹੁਤਾ ਬਿਰਧ ਅਵਸਥਾ ਬੁੱਢਾ ਜਾ ਹੈ ਦੇਖ ਕੇ ਹਰਖਤ ਕਰਹਿ ਬਿਲਾਸ ਵਿਸੇਖ, ਕਿਉਂਕਿ ਆਪ ਜੇ ਛੋਟੀ ਉਮਰ ਵਾਲੇ ਸੀ, ਜਿਸ ਕਰਕੇ ਹੱਸ ਕੇ ਜੇ ਉਹਨਾਂ ਨਾਲ ਬਿਲਾਸ ਜਾ ਕਰਦੇ, ਮਖੌਲ ਜਾ ਕਰਦੇ ਇਹਨੂੰ। ਅਬ ਸਹੇਰਬੋ ਚਰਖਾ ਚਾਹੀਏ ਹੈ, ਮਹਾਰਾਜ ਕਹਿੰਦੇ ਉਹ ਹੁਣ ਤੂੰ ਸੇਵਾ ਕਿਹੜੀ ਕਰਨੀ, ਬਥੇਰੀ ਕਰ ਲਈ, ਹੁਣ ਤੈਨੂੰ ਕੋਈ ਨਾ ਕੋਈ ਚਰਖਾ ਸਹੇੜ ਲੈਣਾ, ਬੁੱਢਾ ਹੋ ਕੇ ਹੋਰ ਇੱਕ ਅੱਧਾ ਵਿਆਹ ਕਰਾ ਲੈਣਾ ਚਾਹੀਦਾ। ਜਿਸ ਤੇ ਬਿਰਦਾਪਨ ਨਿਰਬਹੀਏ ਹੈ, ਹਾਂ, ਜਿਸ ਕਰਕੇ ਤੇਰਾ ਜਿਹੜਾ ਬੁੱਢਪਣੇ ਦਾ ਚੰਗਾ ਨਿਵਾਹ ਹੋ ਜਾਏ, ਉਹ ਘਰ ਵਾਲੀ ਹੋਏਗੀ,
तेरी सेवा करेगी। विज सत देख कहे बंद हाथा। बस मेरे भाई भगतू भी हसदा होया हथ जोड़ के सतगुਰਾਂ ਨੂੰ ਕਹਿੰਦਾ ਹੈ सब होए रावर मर्जी साथा। और आपकी मर्जी अनुसार सब कुछ ही हो जाना है। निफल न बाक गुरु को होए। जो हमारा आप सतगुरु हो आप जी का बचन तो निष्फल नहीं ना होना है। किस हित निकसह साचो सोए। ये तो किसी दे कारण करके आप जी दे मारा मुखों निकल रहा है ते आप जी का बच्चा सच्चा हुई जाना है। अब सेवा निज घर की दीजै। चलो हमारा चरखा तो छेड़ लांगे जो कोई आप जी का हुक्म होया हुण आप जी दे घर दी मैनू कोई सेवा दो जी। सफल शरीर हमारो कीजै। इस तरह हमारा मेरे बुजुर्ग का जिहड़ा सफल शरीर है उन्होंने सफल कर दीए सेवा भविष्य की। कहयो गुरु सेवा सब करी। गुरु महाराज कहते भाई भगतू बथेरी तू पहला सारी सेवा ही की है। अधिक सफलता निज तन धरी। अपने मनुखा शरीर की जी सफलता बड़ी पहले की हुई है। शरीर सफल ही होया पिया सेवा करके। सिखन बिखै रीत नित पावन। भी तो सियाणा है भाई भगतू भी आने वाले गुरसिख गुरु की सेवा करन ओ मर्यादा रीति पाउण वास्ते। हृदय मनोरथ करहो उठावन। तू बई भाई भगतू अपने मन दे विच फुरना कर रहा भी गुरु की सेवा कराउण वाले गुरसिखां नूं इस पासे लाउण वास्ते भी ये गुरु की सेवा करन भावें बुढ़े भी है तां भी ये कुछ ना कुछ करना। कृखी करावो गुर घर केरी। कृखी करावो गुर घर। करावो कृखी करावो गुर घर केरी। बिंदियां लाउण दी बड़ी आदत है। इस करके करावो ते करावो विच अर्थ बहुत मैं करावांगा किथे महाराज वालों भी तू जे करना जिमीदार है कहते गुरु घर की फिर खेती कराया कर खेती बिछिया बजाया कर। कामे राख सिख इस बेरी। इस वेले भी खेती का काम करने वास्ते तू कामे रख लै तू नौकर चाकर रख लै। अपर सेव लायक नह तेरे। और भी भाई भगतू तेरे कोई सेवा करनी लायक नहीं दिसी योग नहीं दिया। खेती तो बहुत कर करा सकता है। जिमीदार तुम जन्म पलेरे। क्योंकि तेरा जिमीदारां दे घर दा बड़ा चंगा सोहना जन्म है। जट बाबा खेती करया कराया। जाते कृख की टहल बताई। इस करके भी जिमीदारा भाई भगतू तेन खेती की सेवा करनी सी दसदी भी खेती कराया कर। सिख विशाल तुम लेहो कमाई। क्योंकि तू गुरु घर दा महान गुरसिख है ते बड़ी कमाई कर लवेगा। सुन भगतू कीनी पग नमो। भाई भगतू जी ने सुन के सत वचन किया ते हराए से महाराज दे चरना ते नमस्कार कीती। उत्तम को धारियो तेह समो। इस तरह कहते उसे वेले खेती कराउण दा ने उद्यम धारिया है। लिखब सुकामे करे तैयारी। हाँ गुरु घर दे विच की घाट है कहते बलद ले लए हन होर जिहड़े खेती करने वाले कामे वो तैयार कर ले। मीके आवनी जाए सुधारी। हुण कीरतपुर दे बाहर इधर उधर पहाड़ घेरे वेले ही पई है कहते जाके चंगी तरह धरती नूं सवारिया है। बीजो बीज आपने करते। भाई भगतू ने जिहड़ा कहते बीज अपने हत्थां नाल बीजिया। उगी सगन पुन बहु प्रत पारते। संघनी खेती उग पई है फिर चंगी तरह उन्होंने कहते भाल पोस रहा है। वार करन आर जैबो वार। खेती दे इर्द गिर्द बाड़ कर देनी कंडिया वाली ते समय अनुसार
ਅਨੁਸਾਰ ਉਹਨੂੰ ਪਾਣੀ ਦੇ ਦੇਣਾ। ਬਾਰ ਬਾਰ ਸਭ ਕਰਨ ਸੰਭਾਲ। ਮੁੜ ਮੁੜ ਕੇ ਉਹਦੀ ਖੇਤੀ ਦੀ ਹਰ ਤਰ੍ਹਾਂ ਕਰਕੇ ਸਾਰ ਸੰਭਾਲ ਕਰ ਰਿਹਾ, ਦੇਖ ਰੇਖ ਕਰ ਰਿਹਾ ਹੈ। ਬੈਠਿਓ ਨਿਸ ਬਾਸੁਰ ਰਖਵਾਰੀ। ਤੇ ਰੱਖਿਆ ਕਰਨ ਵਾਸਤੇ ਦਿਨ ਰਾਤ ਇਸ ਤਰ੍ਹਾਂ ਕਹਿੰਦੇ ਉੱਥੇ ਬੈਠਾ ਵੀ ਰਹਿੰਦਾ ਹੈ। ਕਰੀ ਪਕਾਵਨ ਭਲੀ ਪ੍ਰਕਾਰੀ। ਜਿਹੜੇ ਖੇਤੀ ਉਹਨੇ ਚੰਗੀ ਤਰ੍ਹਾਂ ਇਹਨੇ ਪਕਾਇਆ ਹੈ। ਪੁੰਨ ਕਾਮੇ ਬਾਢਨ ਕੋ ਲਾਏ। ਜਦੋਂ ਖੇਤੀ ਪੱਕ ਗਈ ਹੈ ਤੇ ਕਾਮੇ ਜਿਹੜੇ ਨੇ ਨਾ ਉਹ ਮਜ਼ਦੂਰ ਜੇ ਵੱਢਣ ਵਾਸਤੇ ਲਾਤੇ। ਭੋਜਨ ਲੈ ਤਿੰਨ ਕੇ ਢਿੱਗ ਜਾਏ। ਜੋ ਵਾਢਿਆਂ ਦੇ ਕੋਲ ਗੁਰੂ ਕੇ ਲੰਗਰ ਵਿੱਚੋਂ ਜਿਹੜਾ ਭੋਜਨ ਪ੍ਰਸ਼ਾਦਾ ਲੈ ਕੇ ਭਾਈ ਭਗਤੂ ਚਲਾ ਜਾਂਦਾ। ਗੁਰ ਕੀ ਦੇਗ ਵਿਖੈ ਤੇ ਲੈ। ਹਾਂ, ਗੁਰੂ ਕੇ ਲੰਗਰ ਵਿੱਚੋਂ ਹੀ ਉਹ ਜਿਹੜਾ ਪ੍ਰਸ਼ਾਦਾ ਇਹ ਲੈ ਲੈਂਦਾ ਹੈ। ਵਹਿਰ ਜਾਏ ਸਭ ਹਿਨ ਕੋ ਦੇ। ਬਾਹਰ ਜਿੱਥੇ ਉਹ ਕਾਮੇ ਵਾਢੇ ਲੱਗੇ ਉਹਨਾਂ ਨੂੰ ਜਾ ਕੇ ਇਹ ਦੇ ਦਿੰਦਾ ਹੈ। ਇੱਕ ਦਿਨ ਲੈ ਕਰ ਆਪ ਆਹਾਰ। ਇੱਕ ਦਿਨ ਦੀ ਗੱਲ ਹੈ, ਭਾਈ ਭਗਤੂ ਜੀ ਆਪ ਗੁਰੂ ਕੇ ਲੰਗਰ ਵਿੱਚੋਂ ਭੋਜਨ ਲੈ ਕੇ ਗਇਓ ਕਰਹਿ ਕਾਮੇ ਜਹਕਾਰ। ਜਿੱਥੇ ਬਾਹਰ ਖੇਤਾਂ ਵਿੱਚ ਉਹ ਕਾਮੇ ਕੰਮ ਕਰ ਰਹੇ ਸੀ, ਵਾਢੀ ਕਰ ਰਹੇ ਸੀ, ਉੱਥੇ ਚਲਾ ਗਿਆ ਹੈ। ਖੇਤ ਡੌਰ ਪਰ ਸਰਬ ਹਕਾਰੇ। ਆ ਖੇਤ ਦੇ ਬੰਨੇ ਤੇ ਬੈਠ ਕੇ ਸਾਰਿਆਂ ਨੂੰ ਆਵਾਜ਼ ਮਾਰ ਕੇ ਸੱਦਿਆ ਇਸਨੇ। ਬਾਤ ਬਿਠਾਏ ਸੁਦੀਨ ਆਹਾਰੇ। ਸਾਰਿਆਂ ਨੂੰ ਪੰਗਤ ਵਿੱਚ ਬਿਠਾ ਲਿਆ ਤੇ ਗੁਰੂ ਕੇ ਲੰਗਰ ਦਾ ਜਿਹੜਾ ਪ੍ਰਸ਼ਾਦਾ ਉਹਨੂੰ ਚੁਪੜਿਆ ਹੈ ਨਹੀਂ ਸੀ, ਰੁੱਖਾ ਮਿੱਸਾ ਸੀ, ਉਹ ਦੇ ਦਿੱਤਾ ਇਸਨੇ। ਸਭ ਹੂੰ ਲੈ ਕਰ ਨਿਜ ਨਿਜ ਹਾਥਾ। ਸਾਰਿਆਂ ਵਾਢਿਆਂ ਨੇ ਆਪੋ ਆਪਣੇ ਹੱਥਾਂ ਦੇ ਪ੍ਰਸ਼ਾਦੇ ਜੇ ਖੁਸ਼ਕ ਜੇ ਲੈ ਕੇ ਫੇਰਤ ਬੋਲੇ ਭਗਤੂ ਸਾਥਾ। ਉਹ ਚੁਪੜੇ ਜੇ ਹੋਏ ਨਹੀਂ ਸੀ, ਵੇਖ ਕੇ ਭਾਈ ਭਗਤੂ ਜੀ ਦੇ ਸਾਥ ਬੋਲੇ। ਭਾਈ ਸਾਹਿਬ ਕਰਹੋ ਵਿਚਾਰਾ। ਭਾਈ ਭਗਤੂ ਸਾਹਿਬ ਜੀ ਮਾੜਾ ਮੋਟਾ ਤਾਂ ਸੋਚ ਵਿਚਾਰ ਕਰੋ ਨਾ। ਕ੍ਰਿਤ ਅਦਕ ਬਿਨ ਆਨ ਆਹਾਰਾ। ਏਦਾਂ ਕਹਿੰਦੇ ਬਹੁਤੇ ਘਿਓ ਤੋਂ ਬਗੈਰ ਤੁਸੀਂ ਕਹਿੰਦੇ ਭੋਜਨ ਲਿਆ ਤਾਂ ਸੁੱਕੀ ਪ੍ਰਸ਼ਾਦੇ ਚੁੱਕ ਲਿਆਂਦੇ। ਸਗਰੇ ਬਾਸੁਰ ਕਾਰ ਕਮਾਵੇ। ਦੇਖੋ ਭਾਈ ਭਗਤੂ ਜੀ, ਅਸੀਂ ਸਾਰੀ ਦਿਹਾੜੀ ਕੰਮ ਕਰਨਾ, ਸਾਰੀ ਦਿਹਾੜੀ ਇਹ ਖੇਤੀ ਵੱਢਣੀ ਹੈ। ਬਿਨ ਖਾਏ ਅੰਧੇ ਹੋਏ ਜਾਵੇ। ਜੇ ਮਾਰਾ ਘਿਓ ਤੂੰ ਨਾ ਖਾਧਾ ਇਹ ਖੁਸ਼ਕੀ ਨਾਲ ਤਾਂ ਅਸੀਂ ਅੱਖਾਂ ਤੋਂ ਅੰਨੇ ਹੋ ਜਾਵਾਂਗੇ। ਇੱਕ ਇੱਕ ਪ੍ਰਤ ਪਾਈਆ ਕ੍ਰਿਤ ਹੋਏ। ਇਹ ਸਿਆਣੇ ਉਹ ਖੇਤੀ ਕਰਦੇ ਰਹੇ ਹੋ, ਕਹਿੰਦੇ ਇੱਕ ਇੱਕ ਜੇ ਵਾਢੇ ਤਾਈ ਪਾਈ ਤਾਂ ਘਿਓ ਚਾਹੀਦਾ ਹੀ ਹੈ। ਕਰਤ ਕਿਰਤ ਮਹਿ ਬਲ ਦੇ ਸੋਏ। ਜਦੋਂ ਅਸੀਂ ਮਾਰਾ ਪਾਈਆ ਘਿਓ ਖਾ ਕੇ ਕੰਮ ਕਰਾਂਗੇ ਫਿਰ ਬੜੀਓ ਤਾਕਤ ਦਉਸਾਨ। ਸ਼ੁਸ਼ਕ ਰੋਟਕਾ ਦੀਨਸ ਆਨ। ਤੁਸੀਂ ਕਹਿੰਦੇ ਸੁੱਕੀਆਂ ਜੀਆਂ ਰੋਟੀਆਂ ਸਾਨੂੰ ਲਿਆ ਕੇ ਫੜਾ ਦਿੱਤੀਆਂ। ਕਹ ਭਾਈ ਕਿਮ ਕਰ ਹੈ ਖਾਨ। ਇਹ ਭਾਈ ਭਗਤੂ ਸਿਆਣਾ ਹੈ, ਹੁਣ ਤੁਸੀਂ ਦੱਸ ਵੀ ਇਹਨੂੰ ਕਿਵੇਂ ਅਸੀਂ ਖਾਈਏ ਸੁੱਕੀਆਂ। ਸੁਨੀ ਜਥਾਰਥ ਗਿਰਾ ਅਲਾਈ। ਜੋ ਬਾਢਿਆਂ ਨੇ ਗੱਲ ਕਹੀ ਸੀ ਤੇ ਕਹਿੰਦਾ ਸੁਣ ਲਈ ਹੈ, ਕਹਿੰਦੇ ਵੀ ਗੱਲ ਤੇ ਇਹਨਾਂ ਨੇ ਸਹੀ ਕਹੀ ਹੈ, ਪਰ ਰੁਪਈਏ ਤਾਂ ਲੈਣੇ ਮੁਕਤੀ ਖੇਤੀ ਬੜਨੀ ਹੋਈ, ਸੁੱਕੀਆਂ ਖਾ ਕੇ ਵੱਢਣੀ ਹੈ। ਇਤ ਉਤ ਭਗਤੂ ਦ੍ਰਿਸ਼ਟ ਲਗਾਈ। ਉਹ ਤਾਂ ਕਿਸੇ ਨੂੰ ਹੋਰ ਧਾਰਨਾ ਸੀ, ਉਹਨਾਂ ਦੇ ਅੰਦਰ ਫੁਰਨਾ ਕਰ ਦਿੱਤਾ। ਨਹੀਂ ਉਹਨਾਂ ਨੇ ਕੀ ਕਹਿਣਾ ਸੀ, ਨਹੀਂ ਤਾਂ ਉਹ ਰੁੱਖੀ ਸੁੱਕੀ ਖਾਏ ਕਰ ਠੰਡਾ ਪਾਣੀ ਪੀ ਲੈਣਾ ਸੀ, ਉਹ ਤਾਂ ਕਿਸੇ ਨੂੰ ਹੋਰ ਰੰਗ ਲਾਉਣਾ ਸੀ। ਇਸ ਕਰਕੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਜਦੋਂ ਕਿਸੇ ਨੂੰ ਤਾਰਨਾ ਹੋਏ ਭਾਈ ਮਰਦਾਨੇ ਦੇ ਅੰਦਰ ਫੁਰਨਾ ਜਾ ਕੇ ਕਰਾ ਦਿੰਦੇ ਸੀ, ਉਹ ਫਿਰ ਲੱਗ ਜਾਂਦਾ ਕਲਪਨਾ ਕਰਨਾ, ਮੈਂ ਨਹੀਂ ਰਹਿੰਦਾ, ਮੈਂ ਤਾਂ ਜਾਣਾ ਕਾਮਲ ਦੇ ਵਾਰਾ। ਕਹਿੰਦੇ ਨਾ ਵੀ ਜਾਏਗਾ, ਰਸਤੇ ਵਿੱਚ ਬੁਲਾ ਖੜੀ ਹੈ, ਕਹਿੰਦੇ ਡਰਾਉਨੇ ਤੁਸੀਂ, ਮੈਂ ਜਾਊਂਗਾ। ਅੱਗੇ ਖੋਡਾ ਰਾਖ ਪੜ ਲੈਂਦਾ, ਫਿਰ ਲੱਗ ਜਾਂਦਾ ਬੇਨਤੀਆਂ ਕਰਨ, ਮਾਰਾ ਆ ਜਾਓ ਛੁਡਾ ਲਓ। ਇਸ ਤਰ੍ਹਾਂ ਭਾਈ ਭਗਤੂ ਜੀ ਹੁਣ ਪੁੱਜੇ ਹੋਏ ਗੁਰਸਿੱਖ ਸੀ, ਉਹ ਕਿਸੇ ਨੂੰ ਤਾਰਨਾ ਸੀ, ਜਿਸ ਕਰਕੇ ਬਹਾਨਾ ਬਣਾਇਆ ਹੈ।
ਉਸੇ ਵੇਲੇ ਇੱਧਰ ਉੱਧਰ ਨਿਗਾਹ ਮਾਰੀ ਹੈ ਵੀ ਕੋਈ ਹੈ ਘਿਓ ਲੈ ਕੇ ਜਾ ਰਿਹਾ। ਨਿਕਟ ਜਾਤ ਇਕ ਤਾਹਾ ਵਪਾਰੀ। ਆ ਜਦੋਂ ਦੇਖਿਆ ਕਿ ਨੇੜੇ ਕਹਿੰਦੇ ਕੋਈ ਵਪਾਰੀ ਜਾ ਰਿਹਾ ਹੈ। ਲਵਨ ਮਿਰਚ ਗੁੜ ਆਦਿਕ ਧਾਰੀ। ਜਿਹਦੇ ਕੋਲ ਲੂਣ ਹਨ, ਮਿਰਚਾਂ ਹੋਰ ਗੁੜ ਵਗੈਰਾ ਵੀ ਕਹਿੰਦੇ ਲੈ ਰੱਖਿਆ ਹੋਇਆ ਹੈ। ਇੱਕ ਕੁੱਪੀ ਕਰ ਮਹਿਲ ਰਕਾਈ। ਇੱਕ ਕਹਿੰਦੇ ਘਿਓ ਦੀ ਜਿਹੜੀ ਕੁੱਪੀ ਜੀ ਉਹ ਹੱਥ ਵਿੱਚ ਇਹਨੇ ਫੜੀ ਹੋਈ ਸੀ, ਹੇਠਾਂ ਨੂੰ ਲਮਕਾਈ ਹੋਈ ਸੀ। ਭਰੀ ਹੁਤੀ ਘ੍ਰਿਤ ਸੋ ਤਹਿ ਜਾਈ। ਕਹਿੰਦੇ ਐਨ ਜਿਹੜੀ ਉਹ ਕੁੱਪੀ ਹੈ ਨਾ ਘਿਓ ਦੇ ਨਾਲ ਭਰੀ ਹੋਈ ਸੀ ਤੇ ਜਾ ਰਿਹਾ ਸੀ ਇਹ ਲੈ ਕੇ। ਦੇਖ ਭਗਤੂ ਤਿਹ ਨਿਕਟ ਹਕਾਰਾ। ਉਹ ਜਿਹੜਾ ਵਪਾਰੀ ਉਹਦੀ ਵੱਲੀ ਵੇਖ ਕੇ ਭਾਈ ਭਗਤੂ ਨੇ ਆਵਾਜ਼ ਕਰਕੇ ਆਪਣੇ ਕੋਲ ਉਸ ਨੂੰ ਸੱਦ ਲਿਆ। ਉਰੇ ਆਓ ਜੇ ਕਰ ਹੈ ਵਪਾਰਾ। ਮੈਂ ਵੀ ਥੋੜਾ ਜਿਹਾ ਉਰੇ ਆ ਮੇਰੇ ਕੋਲ ਆ ਜੇ ਤੂੰ ਕੋਈ ਵਪਾਰ ਕਰਿਆ ਚਾਹਨਾ ਕੋਈ ਸੌਦਾ ਵੇਚਿਆ ਚਾਹਨਾ ਹੈ। ਸੁਨਤ ਵਪਾਰੀ ਚੱਲ ਢਿੱਗ ਆਇਓ। ਭਾਈ ਭਗਤੂ ਦੀ ਆਵਾਜ਼ ਸੁਣ ਕੇ ਚੱਲੋ ਵਪਾਰੀ ਕੋਲ ਆ ਗਿਆ ਹੈ। ਵਖਰ ਆਪਣਾ ਤਰੇ ਟਿਕਾਇਓ। ਉਹ ਜਿਹੜੀਆਂ ਲੂਣ ਮਿਰਚਾਂ ਗੁੜ ਵਗੈਰਾ ਸਾਰਾ ਸੌਦਾ ਜਾਂ ਧਰਤੀ ਤੇ ਟਿਕਾਤਾ। ਚਾਹੋ ਸੋ ਲੇਹੋ ਮੋਲ ਮੁਝ ਦੀਜੈ। ਭਾਈ ਭਗਤੂ ਨੂੰ ਕਹਿਣ ਲੱਗੇ ਜੀ ਜੋ ਚਾਹੋ ਲੈ ਲਓ ਤੇ ਇਹਦਾ ਮੁੱਲ ਮੈਨੂੰ ਦੇ ਦਿਓ। ਨਿਜ ਕਾਰਜ ਤੁਮ ਸਾਰਨ ਕੀਜੈ। ਭਾਈ ਭਗਤੂ ਜੀ ਆਪਣਾ ਜਿਹੜਾ ਇਹ ਕੰਮ ਹੈ ਨਾ ਇੱਥੇ ਖੇਤ ਦੇ ਵਿੱਚ ਥੋੜਾ ਪੂਰਾ ਕਰ ਲਓ। ਤਬ ਭਗਤੂ ਇਮ ਬਾਕ ਉਚਾਰਾ। ਉਹ ਵਾਰੀ ਤੋਂ ਸੁਣ ਕੇ ਭਾਈ ਭਗਤੂ ਜੀ ਨੇ ਇਸ ਤਰ੍ਹਾਂ ਬਚਨ ਉਸਨੂੰ ਕਿਹਾ। ਗੁਰ ਕਾਮੇ ਇਹ ਕਰਤ ਆਹਾਰ। ਕਹਿੰਦੇ ਵੀ ਆ ਗੁਰੂ ਘਰ ਦੇ ਜਿਹੜੇ ਕਾਮੇ ਆ ਵਾਢੇ ਹੈ ਕਹਿੰਦੇ ਖੇਤੀ ਵੱਢਣ ਦਾ ਕੰਮ ਕਰ ਰਹੇ ਆ। ਚਾਹੇ ਘ੍ਰਿਤ ਕੇ ਸੰਗ ਸੁਖੈਬੇ। ਇਹ ਵੀ ਜਿਹੜੀ ਰੋਟੀ ਹੈ ਨਾ ਖੁਸ਼ਕ ਹੈ ਘਿਓ ਦੇ ਨਾਲ ਕਹਿੰਦੇ ਖਾਇਆ ਜਾਂਦੇ। ਇਹੋ ਇਨਕੋ ਧਨ ਕੀਜੈ ਲੈਬੇ। ਆ ਜਿਹੜੀ ਕੁੱਪੀ ਜੀ ਇਹਦੇ ਵਿੱਚੋਂ ਕੱਢ ਕੇ ਦੇਸੀ ਘਿਓ ਇਹਨਾਂ ਨੂੰ ਦੇ ਦੀ ਤੇ ਧਨ ਵੀ ਮਾਇਆ ਲੈ ਲਈ। ਤਬ ਕੁੱਪੀ ਧਾਰ ਦੀਨ ਅਗਾਰੀ। ਉਸੇ ਵੇਲੇ ਵਪਾਰੀ ਨੇ ਭਾਈ ਭਗਤੂ ਜੀ ਦੇ ਅੱਗੇ ਘਿਓ ਦੀ ਭਰੀ ਭਰਾਈ ਕੁੱਪੀ ਜੀ ਰੱਖ ਦਿੱਤੀ ਹੈ। ਇੱਕ ਇੱਕ ਪਲੀ ਭਰੀ ਕਾਰ ਧਾਰੀ। ਭਾਈ ਭਗਤੂ ਜੀ ਨੇ ਹੱਥ ਵਿੱਚ ਫੜ ਕੇ ਉਹਦੇ ਵਿੱਚੋਂ ਇੱਕ ਇੱਕ ਪਲੀ ਜੀ ਭਰ ਲਈ ਹੈ। ਸਭ ਕੋ ਦਈ ਖਾਏ ਹਰ ਖਾਏ। ਸਾਰਿਆਂ ਨੂੰ ਪੜੀ ਜੀ ਭਰ ਕੇ ਦੇ ਦਿੱਤੀ ਹੈ। ਸਾਰਿਆਂ ਨੇ ਖੁਸ਼ ਹੋ ਕੇ ਉਹ ਛਕ ਲਿਆ ਹੈ। ਲੈ ਲੈ ਘ੍ਰਿਤ ਅਧਿਕ ਤ੍ਰਿਪਤਾਏ। ਖੁੱਲਾ ਡੁੱਲਾ ਘਿਓ ਲੈ ਲੈ ਕੇ ਬਹੁਤੇ ਰੱਜ ਪੁੱਜ ਗਏ ਉਹ ਕੰਮ। ਕੁੱਪੀ ਵਿਖੇ ਕੁਛ ਰਹਿ ਗਇਓ। ਕਹਿੰਦੇ ਉਹ ਜਿਹੜੀ ਕੁੱਪੀ ਜੀ ਐਵੇਂ ਬੜਾ ਮੋਟਾ ਜਿਹਾ ਉਹਦੇ ਵਿੱਚ ਘਿਓ ਰਹਿ ਗਿਆ, ਬਾਕੀ ਸਭ ਛਕ ਗਏ। ਬਹੁਰ ਵਪਾਰੀ ਗਮਨਤ ਭਇਓ। ਉਸ ਤੋਂ ਬਾਅਦ ਜਿਹੜਾ ਵਪਾਰੀ ਸੀ ਉਹ ਭਾਈ ਭਗਤੂ ਜੀ ਦੇ ਕੋਲੋਂ ਚਲਿਆ ਗਿਆ। ਸੌਦਾ ਆਜ ਵੇਚ ਮੈਂ ਆਊਂ। ਭਾਈ ਭਗਤੂ ਨੂੰ ਕਹਿਣ ਲੱਗਾ ਵੀ ਬਾਕੀ ਆ ਜਿਹੜਾ ਸੌਦਾ ਪੱਤਾ ਅੱਜ ਮੈਂ ਵੇਚ ਆਵਾਂਗਾ। ਅਗਲੇ ਦਿਵਸ ਮੋਲ ਮੈਂ ਪਾਊਂ। ਅਗਲੇ ਦਿਨ ਜਾਣੀ ਕੱਲ ਨੂੰ ਸਵੇਰ ਨੂੰ ਇਹ ਘਿਓ ਦਾ ਜਿਹੜਾ ਮੁੱਲ ਹੈ ਮੈਂ ਮਾਇਆ ਇਹ ਤੁਹਾਡੇ ਕੋਲੋਂ ਪਾ ਲਵਾਂਗਾ। ਸੰਧਿਆ ਲੱਗ ਫਿਰ ਕੇ ਘਰ ਗਇਓ। ਇਸ ਤਰ੍ਹਾਂ ਭਾਈ ਭਗਤੂ ਨੂੰ ਵਪਾਰੀ ਕਹਿ ਕੇ ਸ਼ਾਮ ਤੱਕ ਸੌਦਾ ਵੇਚਦਾ ਹੋਇਆ ਆਪਣੇ ਘਰ ਵੱਲ ਨੂੰ ਮੁੜ ਗਿਆ। ਕਿਲਕ ਭੀਤ ਮਹਿ 100 ਲੱਖ ਦਿਓ। ਜਿਹੜਾ ਉਹ ਕਿੱਲਾ ਜਿਹਾ ਸੀ ਨਾ ਜਿੱਥੇ ਉਹ ਕੁੱਪੀ ਜੀ ਰੋਜ਼ ਲਮਕਾਉਂਦਾ ਟੰਗਦਾ ਹੁੰਦਾ ਸੀ ਉਹ ਦੇਖ ਲਿਆ ਹੈ। ਕੁੱਪੀ ਤਾਹੇ ਸਾਥ ਲਰਕਾਈ। ਉਹ ਜਿਹੜਾ ਬੜਾ ਮੋਟਾ ਘਿਓ ਵਾਲੀ ਕੁੱਪੀ ਜੀ ਸੀ ਉਹ ਕਿੱਲੇ ਨਾਲ ਇਸਨੇ ਲਟਕਾ ਦਿੱਤੀ ਹੈ। ਚਿਤ ਮਹਿ ਇਮ ਵਿਚਾਰ ਠਹਿਰਾਈ। ਆਪਣੇ ਚਿੱਤ ਵਿੱਚ ਇਸ ਤਰ੍ਹਾਂ ਦੀ ਸੋਚ ਵਿਚਾਰ ਨੇ ਕੀਤੀ ਹੈ। ਤੋਲਿਓ ਹੋ ਤੋ ਪ੍ਰਥਮ ਘ੍ਰਿਤ ਮੇਰਾ। ਜਿਵੇਂ ਸਵੇਰੇ ਲੈ ਕੇ ਆ ਕੁੱਪੀ ਨੂੰ ਚੱਲਿਆ ਸੀ ਉਸ ਵੇਲੇ ਮੇਰਾ ਘਿਓ ਤਾਂ ਤੋਲਿਆ ਹੀ ਹੈ ਸੀ ਨਾ। ਭਗਤੂ ਲੀਨ ਜਿਤਕ ਤਿਸ ਬੇਰਾ। ਉਸ ਵੇਲੇ ਭਾਵ ਜਿਹੜਾ ਜੋ ਭਾਈ ਭਗਤੂ ਜੀ ਨੇ ਉੱਥੇ ਮੇਰੇ ਪਾਸੋਂ ਘਿਓ ਲਿਆ ਹੈ। ਉਠ ਪ੍ਰਭਾਤ ਕੋ ਤੋਲਨ ਕਰਕੇ। ਕੱਲ ਜਦੋਂ ਮੈਂ ਸਵੇਰੇ ਉੱਠਾਂਗਾ ਉਸ ਵੇਲੇ ਮੈਂ
ਕੁੱਪੀ ਨੂੰ ਕਹਿੰਦੇ ਧੋ ਲਵਾਂਗਾ। ਜਿਤੋ ਲਿਓ ਸੋ ਲਿਓ ਵਿਚਰ ਜਿੰਨਾ ਕੈ ਕੁ ਭਾਈ ਭਗਤੂ ਜੀ ਨੇ ਕਿਹਾ ਲੈ ਰਿਹਾ ਉਹਨਾਂ ਕੁ ਵਿਚਾਰ ਕੇ ਮੈਂ ਮੁੱਲ ਲੈ ਲਵਾਂ, ਪੈਸੇ ਲੈ ਲਵਾਂਗਾ। ਤਿਮ ਗਿਨ ਮਨ ਮਹਿ ਸੁਪਤਿਓ ਰਾਤੀ ਹੁਣ ਸ਼ਾਮ ਨੂੰ ਸ਼ੰਭਿਆ ਹੋਇਆ ਸੀ, ਮਨ ਵਿੱਚੋਂ ਵਿਚਾਰ ਕੇ ਰਾਤ ਨੂੰ ਲੰਮੀਆਂ ਤਾਣ ਕੇ ਸੌਂ ਗਿਆ। ਉਠਤ ਭਇਓ ਹੋਈ ਜਬ ਪ੍ਰਾਤੀ ਜਦੋਂ ਸਵੇਰ ਹੋਈ ਉਹ ਸਵੇਰੇ ਵਪਾਰੀ ਉੱਠ ਖੜੋਤਾ। ਕੁੱਪੀ ਤੋਲਨ ਹੇਤ ਉਹ ਉਤਾਰੀ ਜਿਹੜੀ ਘਿਓ ਦੀ ਕੁੱਪੀ ਜੀ ਉਹਨੂੰ ਕਹਿੰਦੇ ਤੋਲਣ ਵਾਸਤੇ ਹੇਠਾਂ ਲਾਇਆ ਇਸ ਨੇ। ਤਿਹ ਮੁਖ ਖੋਲਿਓ ਜਬ ਹੈ ਨਿਹਾਰੀ ਜਦੋਂ ਕੁੱਪੀ ਦਾ ਮੂੰਹ ਜਾਂ ਢੱਕਣ ਜਾਂ ਖੋਲਿਆ ਤੇ ਲਿਖਿਆ ਹੈ ਭਰੀ ਹੁਤੀ ਜੇਤ ਕਿਤਾਬ ਦੀਨੋ ਕਹਿੰਦੇ ਉਹ ਜਿੰਨੇ ਘਿਓ ਦਿੱਤਾ ਸੀ ਉਹ ਪਹਿਲਾਂ ਭਰੀ ਹੋਈ ਹੈ। ਗੁਰ ਕੇ ਸਿੱਖਿਆਨ ਖਾਏ ਸੁਲੀਨੋ ਇਹ ਵੇਖਿਆ ਸੀ ਸਵੇਰੇ ਭਰੀ ਸੀ, ਉੱਥੇ ਗੁਰੂ ਕੇ ਸਿੱਖਾਂ ਨੇ ਜਿੰਨਾ ਕੁ ਸ਼ਬਦ ਸਿਖਾ ਲਿਆ ਸੀ। ਤਿਤਕ ਭਰੀ ਮੁਖ ਲੋ ਤਿਨ ਹੇਰੀ ਕਹਿੰਦੇ ਉਹਨੇ ਫੇਰ ਉਹ ਕੁੱਪੀ ਭਰੀ ਪਈ ਹੈ। ਕਹਿੰਦੇ ਇਸ ਤਰ੍ਹਾਂ ਮੂੰਹ ਤਾਕਤ ਇਸ ਨੇ ਦੇਖਿਆ। ਰਹੀ ਬੁੱਧ ਬਿਸਮਾਏ ਬਡੇਰੀ ਆਏ ਜਿਹੜਾ ਵਪਾਰੀ ਇਹਦੀ ਬੁੱਧੀ ਬੜੀ ਕਹਿੰਦੇ ਚਰਜੀ ਹੋ ਰਹੀ ਵੀ ਉੱਥੇ ਤਾਂ ਥੋੜਾ ਜਿਹਾ ਸੀ, ਬਾਕੀ ਸ਼ਕਲਿਆ ਹੁਣ ਫੇਰ ਕੁੱਪੀ ਉਵੇਂ ਭਰੀ ਪਈ। ਇਹ ਕਿਆ ਭਇਓ ਨ ਜਾਣਿਓ ਜਾਏ ਇਹ ਕੀ ਹੋ ਗਿਆ? ਰਾਤੋਂ ਰਾਤ ਘਿਓ ਦੀ ਕੁੱਪੀ ਨੂੰ ਕੌਣ ਭਰ ਕੇ ਚਲਿਆ ਗਿਆ? ਮੈਥੋਂ ਤਾਂ ਜਾਣਿਆ ਨਹੀਂ ਜਾਂਦਾ। ਤਹਾਂ ਕ੍ਰਿਤ ਲੀਨੋ ਤਿਨ ਖਾਏ ਉੱਥੇ ਤਾਂ ਭਾਈ ਭਗਤੂ ਜੀ ਨੇ ਮੇਰੇ ਦੇਖ ਦੀਆਂ ਖੁੱਲੀਆਂ ਪੜਛੀਆਂ ਵਰਤਾਈਆਂ ਤੇ ਉਹ ਕਾਮਿਆਂ ਨੇ ਖਾ ਲਿਆ ਸੀ। ਉਤੋ ਅਲਪ ਹੀ ਸੋ ਮੈਂ ਆਨਿਓ ਕਹਿੰਦੇ ਮੈਂ ਥੋੜਾ ਜਿਹਾ ਇੱਕ ਕੁੱਪੀ ਵਿੱਚ ਸੀ ਉਹ ਮੈਂ ਵਾਪਸ ਲੈ ਆਇਆ ਸੀ। ਭਇਓ ਤੇ ਤੋ ਕਿਛ ਕੁਛ ਜਾਣਿਓ ਨ ਜਾਏ ਨ ਜਾਣਿਓ ਕਹਿੰਦੇ ਸਮਝਿਆ ਨਹੀਂ ਜਾਂਦਾ ਹੁਣ ਨਹੀਂ ਫਿਰ ਕੁੱਪੀ ਵਿੱਚ ਹੋ ਗਿਆ ਹੋਵੇ ਫਿਰ ਨੱਕੋ ਨੱਕ ਭਰੀ ਪਈ ਹੈ। ਰਹਿਓ ਵਿਚਾਰਤ ਕੇਤਿਕ ਸਮੋ ਕੋਈ ਸਮਾਂ ਤਾਂ ਵਪਾਰੀ ਸੋਚਦਾ ਵਿਚਾਰਦਾ ਰਿਹਾ। ਲਖਿਓ ਪ੍ਰਤਾਪ ਕਰਤ ਭਾਨਮੋ ਫਿਰ ਭਾਈ ਭਗਤੂ ਦਾ ਤੇਜ ਪ੍ਰਤਾਪ ਜਾਣਿਆ ਵੀ ਉਹਨਾਂ ਨੇ ਕੋਈ ਕਲਾ ਵਰਤਾਈ। ਫਿਰ ਉੱਥੋਂ ਲੱਗਿਆ ਮੱਥੇ ਟੇਕਣ। ਭਗਤੂ ਨਿਕਟ ਗਇਓ ਤਤਕਾਲਾ ਸਭ ਕੋਈ ਛੱਡ ਛਡਾ ਕੇ ਬੜੀ ਛੇਤੀ ਭਾਈ ਭਗਤੂ ਜੀ ਦੇ ਕੋਲੇ ਵਪਾਰੀ ਚਲਾ ਗਿਆ। ਗਹੇ ਚਰਨ ਕਹਿ ਬਿਨੈ ਵਿਸਾਲਾ ਚਰਨ ਫੜ ਲਏ ਬਹੁਤੀਆਂ ਬੇਨਤੀਆਂ ਕਹਿਣ ਕਰਨ ਲੱਗ ਪਿਆ। ਮੈਂ ਰਾਵਰ ਕੀ ਸ਼ਰਨ ਪਹੁੰਚਾ ਇਹ ਭਾਈ ਭਗਤੂ ਜੀ ਮੈਂ ਤਾਂ ਹੁਣ ਆਪ ਜੀ ਦੀ ਸ਼ਰਣਾ ਪਹੁੰਚਾ ਹਾਂ। ਤੁਮ ਕਹੀਰ ਆਸ਼ੈ ਮਤ ਊਚਾ ਇਹ ਤਾਂ ਬਰੇ ਮਾਰਾ ਘੀਰ ਨਿਰਹਲ ਹੋ, ਤੁਹਾਡਾ ਆਸ਼ਾ ਬੜਾ ਉੱਚਾ ਹੈ। ਤੁਹਾਡੀ ਜਿਹੜੀ ਅਕਲ ਮਤ ਉਹ ਬਹੁਤ ਹੀ ਮਹਾਨ ਉੱਚੀ ਸੁੱਚੀ ਹੈ। ਅਨੁਰਾਗਿਓ ਮੈਂ ਤਿਆਗਿਓ ਨਾਹੀ ਮੈਂ ਮਾਰਾ ਤੁਹਾਡਾ ਪ੍ਰੇਮੀ ਪਿਆਰਾ ਹੋ ਗਿਆ। ਮੈਨੂੰ ਹੁਣ ਹਰ ਮਾਰਾ ਆਪਕੇ ਨੇ ਛੱਡਣ ਨਾ ਪਾਸੇ ਨਾ ਕਰਨਾ। ਕਰਹੁ ਸਿੱਖ ਰਾਖਹੁ ਨਿਜ ਪਾਹੀ ਤੁਸੀਂ ਮਾਰਾ ਆਪਣਾ ਮੈਨੂੰ ਸਿੱਖ ਬਣਾ ਲਓ ਤੇ ਆਪਣੇ ਕੋਲ ਹੀ ਰੱਖੋ ਜ਼ਿੰਦਗੀ ਭਰ। ਸੁਨ ਕਰ ਭਗਤੂ ਬਾਕ ਉਚਾਰਾ ਉਹ ਭਾਈ ਵਪਾਰੀ ਤਾਂ ਸੁਣ ਕੇ ਭਾਈ ਭਗਤੂ ਜੀ ਨੇ ਬਚਨ ਕਿਹਾ ਉਸ ਨੂੰ। ਸ੍ਰੀ ਸਤਿਗੁਰ ਹੈ ਪੁਰਖ ਉਦਾਰਾ ਸਭਾਏ ਮਨ ਸਤਿਗੁਰੂ ਹਰਿ ਸਾਹਿਬ ਜੀ ਮਹਾਨ ਮਹਾਪੁਰਖ ਹੈ, ਕਾਲ ਪੁਰਖ ਦਾ ਸਰੂਪ ਹੈ। ਮਹਾਰਾਜ ਰਾਜਨ ਕੋ ਰਾਜਾ ਤਾਂ ਜਿਹੜੇ ਰਾਜਿਆਂ ਦੇ ਰਾਜੇ ਉਹਨਾਂ ਦੇ ਵੀ ਮਹਾਰਾਜਾ ਹਨ। ਰਾਜਤ ਤੀਨ ਲੋਕ ਸਿਰ ਤਾਜਾ ਜਿਨ੍ਹਾਂ ਲੋਕਾਂ ਦੇ ਸ਼੍ਰੋਮਣੀ ਹੋ ਕੇ ਮੁਕਟ ਰੂਪ ਹੋ ਕੇ ਬਰਾਜਦੇ ਸੋਭਦੇ ਤਿਨ ਕੇ ਹਮ ਸਮਾਨ ਪਰਦਾਨ ਕਹਿੰਦੇ ਉਹ ਗੁਰੂ ਹਰਿ ਸਾਹਿਬ ਜੀ ਦੇ ਅਸੀਂ ਕਹਿੰਦੇ ਜਿਵੇਂ ਕੋਈ ਰਾਜਾ ਮਹਾਰਾਜੇ ਦੇ ਅੱਗੇ ਪ੍ਰਧਾਨ ਹੁੰਦੇ, ਮੁਖੀ ਵਜ਼ੀਰ ਆਦਿਕ ਹੁੰਦੇ ਹਨ। ਸਮ ਸੈਪਨ ਸੈਨਪ ਕੇ ਸੁਭਟ ਮਹਾਨ ਜਾਂ ਜਿਵੇਂ
ਜਿਵੇਂ ਕੋਈ ਸੂਰਬੀਰਾਂ ਦੇ ਸੈਨਾਪਤੀ ਹੁੰਦੇ ਨਾ, ਕਮਾਂਡਰ ਹੁੰਦੇ, ਉਹਨਾਂ ਵਾਂਗ ਅਸੀਂ ਮਾਲਕ ਸਾਡੇ ਮਹਾਰਾਜਾ ਸਤਿਗੁਰੂ ਹਰਾਏ ਸਾਹਿਬ ਸੱਚੇ ਪਾਤਸ਼ਾਹ। ਸਤਿਗੁਰ ਅਛਤ ਨ ਉਚਿਤ ਹਮਾਰੇ। ਇਹ ਵੀ ਵਪਾਰੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁੰਦਿਆਂ ਸਾਡੇ ਲਈ ਯੋਗ ਨਹੀਂ ਵੀ ਅਸੀਂ ਆਪਣਾ ਤੈਨੂੰ ਸਿੱਖ ਬਣਾ ਲਈਏ। ਸਿੱਖ ਬਣਾਏ ਤੋਹਿ ਕਰਹਿ ਉਧਾਰੇ। ਤੈਨੂੰ ਸਿੱਖ ਬਣਾ ਕੇ ਤੇਰਾ ਉਧਾਰ ਕਰੀਏ ਨਹੀਂ ਅਸੀਂ ਕਰ ਸਕਦੇ। ਜਾਹੋ ਸਰਨ ਅਬ ਸ੍ਰੀ ਹਰਿ ਰਾਏ। ਇਹ ਵੀ ਵਪਾਰੀ ਤੇ ਜੇ ਤੂੰ ਸਿੱਖ ਬਣਨਾ ਹੈ ਤੇ ਫਿਰ ਸਤਿਗੁਰੂ ਹਰਿਰਾਏ ਸਾਹਿਬ ਦੀ ਚਰਨ ਛੰਦ ਚਲਾ ਜਾ। ਕਰਹਿ ਮੋਖ ਨਿਜ ਦਾਸ ਬਣਾਏ। ਉਹ ਵੀ ਆਪਣਾ ਸਿੱਖ ਸੇਵਕ ਬਣਾ ਕੇ ਤੇਰੀ ਕਲਿਆਣ ਕਰ ਦੇਣਗੇ। ਸੁਨ ਕਰ ਜੋਰਤ ਬਾਕ ਬਖਾਨਾ। ਕਿਉਂ ਵਪਾਰੀ ਨੇ ਸੁਣ ਕੇ ਦੋਵੇਂ ਹੱਥ ਜੋੜ ਕੇ ਭਾਈ ਭਗਤੂ ਜੀ ਨੂੰ ਫੇਰ ਬਚਨ ਕਿਹਾ। ਮੈਂ ਅਬ ਇੱਕ ਰਾਵਰ ਕੋ ਜਾਣਾ। ਕਹਿਣ ਲੱਗਾ ਭਾਈ ਭਗਤੂ ਜੀ ਮੈਂ ਤਾਂ ਇੱਕ ਆਪ ਜੀ ਨੂੰ ਹੀ ਜਾਣਿਆ ਹੈ। ਸਤਿਗੁਰ ਨਿਕਟ ਚਲਹੋ ਲੈ ਸਾਥ। ਚੰਗਾ ਭਾਈ ਭਗਤੂ ਜੀ ਮੈਨੂੰ ਫਿਰ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਲੈ ਚੱਲੋ। ਤਰੋ ਚਰਨ ਕਮਲਨ ਪਰਮਾਥ। ਮੈਂ ਤੁਹਾਡੇ ਕਹਿਣ ਅਨੁਸਾਰ ਉਹਨਾਂ ਦੇ ਚਰਨਾਂ ਕਮਲਾਂ ਉੱਪਰ ਆਪਣਾ ਮਸਤਕ ਰੱਖ ਦੇਵਾਂ। ਕਹਿ ਕਰ ਤਿੰਨ ਕੋ ਸਿੱਖ ਬਣਾਵੋ। ਇਹ ਭਾਈ ਭਗਤੂ ਜੀ ਕਹਿ ਕੇ ਮੈਨੂੰ ਉਹਨਾਂ ਦੇ ਸਿੱਖ ਤੁਸੀਂ ਬਣਾ ਦਿਓ। ਜਨਮ ਜਨਮ ਕੋ ਕਸ਼ਟ ਮਿਟਾਵੋ। ਮਹਾਰਾਜ ਜਨਮਾਂ ਮਰਨਾਂ ਦੇ ਜਿਹੜੇ ਮੇਰੇ ਦੁੱਖ ਉਹ ਤੁਸੀਂ ਮਿਟਾ ਦੇਵੋ। ਭਇਓ ਦਿਆਲ ਭਗਤੂ ਤਿਸ ਕਾਲ। ਵਪਾਰੀ ਤੋਂ ਸੁਣ ਕੇ ਭਾਈ ਭਗਤੂ ਜੀ ਉਹਦੇ ਬਹੁਤ ਦਿਆਲੂ ਕਿਰਪਾਲੂ ਹੋ ਗਏ। ਲੈ ਕਰ ਚੱਲਿਓ ਆਪਣੇ ਨਾਲ। ਉਸੇ ਵਪਾਰੀ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਨੂੰ ਚੱਲਿਆ ਹੈ। ਜਹਾਂ ਬਿਰਾਜਤ ਸ੍ਰੀ ਹਰਿ ਰਾਏ। ਜਿੱਥੇ ਸਤਿਗੁਰੂ ਹਰਿਰਾਏ ਸਾਹਿਬ ਜੀ ਸੋਭ ਰਹੇ ਸਨ। ਪਹੁੰਚੇ ਬੈਠੇ ਸੀਸ ਨਿਵਾਏ। ਭਾਈ ਭਗਤੂ ਜੀ ਵਪਾਰੀ ਪਹੁੰਚ ਗਏ, ਸੀਸ ਨਵਾ ਕੇ ਬੈਠ ਗਏ। ਬਿਹਸ ਬਦਨ ਤੇ ਗੁਰੂ ਉਚਾਰੀ। ਗੁਰੂ ਹਰਿਰਾਏ ਸਾਹਿਬ ਜੀ ਨੇ ਮੁਖੋਂ ਹੱਸਦਿਆਂ ਬਚਨ ਬਾਣੀ ਕਿਹਾ। ਆਵੋ ਭਾਈ ਪਰ ਉਪਕਾਰੀ। ਬਈ ਭਾਈ ਭਗਤੂ ਮਹਾਨ ਪਰਉਪਕਾਰੀ। ਆਨਿਓ ਕੌਣ ਆਪਣੇ ਸੰਗ। ਬਈ ਤੂੰ ਭਾਈ ਭਗਤੂ ਆਪਣੇ ਨਾਲ ਕਿਹੜਾ ਲੈ ਆਂਦਾ ਹੈ। ਕਿਉਂ ਨ ਅਜਾਇਬ ਰੰਗਿਓ ਰੰਗ। ਇਹ ਲੈ ਆਂਦਾ ਹੈ ਆਪਣੇ ਸ਼ਰਜ ਪ੍ਰੇਮ ਰੰਗ ਵਿੱਚ, ਇਹਨੂੰ ਕਿਉਂ ਨਹੀਂ ਰੰਗ ਦਿੱਤਾ। ਤਬ ਭਗਤੂ ਕਰ ਬੰਦ ਬਖਾਨਾ। ਉਸ ਵੇਲੇ ਭਾਈ ਭਗਤੂ ਜੀ ਨੇ ਹੱਥ ਜੋੜ ਕੇ ਕਿਹਾ। ਜਹਾਂ ਬਿਰਾਜਤ ਚੰਦ ਮਹਾਨਾ। ਜਿੱਥੇ ਪੂਰਨਮਾਸੀ ਦਾ ਮਹਾਨ ਚੰਦਰਮਾ ਸੋਭ ਰਿਹਾ ਹੋਵੇ। ਕਹਾ ਸ਼ਕਤ ਪ੍ਰਕਾਸ਼ਹਿ ਤਾਰਾ। ਉੱਥੇ ਮਾਰਾ ਆਕਾਸ਼ ਦਾ ਜਿਹੜਾ ਤਾਰਾ ਜਾਂ ਨਿੱਕਾ ਜਿਹਾ ਹੋਵੇ ਉਹ ਭਲਾ ਕੀ ਪ੍ਰਕਾਸ਼ ਕੀ ਚਾਨਣ ਕਰ ਸਕਦਾ। ਮੈਂ ਤਾਂ ਤਾਰੇ ਵਾਂਗ ਮਾੜਾ ਜਿਹਾ। ਏਵ ਜਥੋਚਿਤ ਹਿਰਦੈ ਵਿਚਾਰਾ। ਇਸ ਤਰ੍ਹਾਂ ਮਾਰਾ ਚਿੱਤ ਵਿੱਚ ਮੈਂ ਯੋਗਤਾ ਅਨੁਸਾਰ ਵਿਚਾਰੇ ਵੀ ਮੈਂ ਤਾਂ ਤਾਰੇ ਵਰਗਾ। ਗੁਰੂ ਹਰਿਰਾਏ ਸਾਹਿਬ ਜੀ ਪੂਰਨਮਾਸੀ ਦੇ ਚੰਦਰਮਾ ਵਾਂਗ। ਦੇਹ ਚਰਨ ਅੰਮ੍ਰਿਤ ਸਿੱਖ ਕਰੀਜੈ। ਮਹਾਰਾਜ ਇਸ ਵਪਾਰੀ ਨੂੰ ਚਰਨਾਂ ਦਾ ਅੰਮ੍ਰਿਤ ਬਣਾਓ, ਇਹਨੂੰ ਆਪਣਾ ਸਿੱਖ ਬਣਾ ਲਓ, ਕਰ ਲਓ। ਗੁਰਮਤਿ ਉਪਦੇਸ਼ੋ ਸੁਖ ਦੀਜੈ। ਮਹਾਰਾਜ ਗੁਰਮਤਿ ਦਾ ਉਪਦੇਸ਼ ਦੇ ਕੇ ਇਹਨੂੰ ਮਹਾਰਾਜ ਸੁਖ ਦੇਵੋ ਜੀ। ਚੱਲ ਆਇਓ ਹੈ ਕੈ ਸ਼ਰਧਾਲੂ। ਮਹਾਰਾਜ ਵਪਾਰੀ ਸ਼ਰਧਾ ਵਾਲਾ ਬਣ ਕੇ ਤੁਹਾਡੀ ਸ਼ੂਰੀ ਵੀ ਚੱਲ ਕੇ ਆਇਆ। ਤੁਮ ਕਿਰਪਾਲ ਕਰ ਦੇਹੁ ਨਿਹਾਲੂ। ਏ ਮਹਾਰਾਜ ਦਿਆਲੂ ਕਿਰਪਾਲੂ ਇਹਨੂੰ ਮਹਾਰਾਜ ਹੁਣ ਨਿਹਾਲ ਕਰ ਦੇ। ਤਬ ਸਤਿਗੁਰ ਅਨਵਾਏ ਸੁਜਲ ਕੋ। ਭਾਈ ਭਗਤੂ ਜਿਉਂ ਕਹਿਣ ਕਰਕੇ ਸਤਿਗੁਰਾਂ ਨੇ ਸੁੱਚਾ ਜਲ ਮੰਗਵਾਇਆ। ਕਰੇ ਪਖਾਰਨ ਚਰਨ ਕਮਲ ਕੋ। ਜਿਹੜੇ ਕਮਲਾਂ ਵਰਗੇ ਚਰਨਾਂ ਉਹਨਾਂ ਨੂੰ ਧੋਣਾ ਕੀਤਾ। ਕਿਰਪਾ ਸਹਿਤ ਹੋਏ ਪਾਹੁਲ ਦੀਨ। ਬਹੁਤ ਕਿਰਪਾ ਦੇ ਸਮੇਤ ਹੋ ਕੇ ਇਹਨੂੰ ਚਰਨਾਂ ਦੀ ਪੌਲ ਬਖਸ਼ ਦਿੱਤੀ। ਕਹਾ ਨਾਮ ਤੋਹਿ ਰਬੂਜਨ ਕੀ। ਉਸ ਤੋਂ ਬਾਅਦ ਸਤਿਗੁਰੂ ਹਰਿਰਾਏ ਸਾਹਿਬ ਨੇ ਪੁੱਛਣਾ ਕੀਤਾ ਵੀ ਵਪਾਰੀ
तेरा नाम भला की है। बोलियो सुनियह करना धाम। आओ सवेरे हाथ जोड़ के बोलिया है महाराज कृपा दे कर आप सुनिए जी। तित राखियो मम संगत नाम। महाराज मेरा जरा नाम है ना पिता ने संगतिया रखिया होया है। लवन किरताद उठावन करा। क्योंकि महाराज मैं बड़ा हो के लूण ते दो गुड़ाद कुछ चुकदा। एक दोए ग्रामन फेरा फेरा। एक या दो पिंडा विच मारा मैं फेरा फिरदा चक्कर लाउंदा हां रोज। इम फिरते मम जीवा होए। इस तरह मारा चक्कर लाउने सौदा बिक जांदा मेरे परिवार दा गुजारा हो जांदा। आरब बीती आरबल पूरब जोए। पहली मारा सौदा पता बेच दिया मेरी अमर लंगी है बीती। सुन बोले सतगुर हर राय। इस तरह तो सुन के सतगुरु हराए साहब जी बोले अब ते होए फेरू तो बनाए। कहने वे हुण तो बात तेरा जड़ा नाम है प्रसिद्ध भाई फेरू जी करके प्रसिद्ध हो जावेगा। फेरा करत मिलियो हर जन को। क्योंकि भी तू फेरा पाउंदिया चक्कर लाउंदिया परमेश्वर दे प्यारियां दासां नूं मिलिया। परियो शरण कर सूदा मन को। अपने मन नूं निरशन निष्कपट शुद्धा करके फिर मिलिया है। आप सब ताज कर देग चलावो। चंगा वे भाई फेर हुण सौदा पत्ता बेचना छड़ के तू गुरु का लंगर चलाया कर। सत नाम सिमरह गुण गावहो। सतनाम वाहिगुरु सिमरिया करते गुण गाया कर। तो पर भगतू को उपकार। वे फेरू तेरे ऊपर भाई भगतू दा ये परोपकार होया है। इनके पग पर सिर को तार। इस करके भी भाई फेरू तो उठ के इन्हां दे चरना ते अपना शीश रख। जो चेले तो बन है विशेष। महाराज कहंदे भाई फेरू विशेष करके भी तेरे जेड़े कोई सेवक बनणगे। सो मानह इस वंश हमेश। वो तेरे सेवक जिन्ने भी आ विशेष करके भाई भगतू दी अंश बस मनण। सुन सतगुर ते भयो निहाल। इस तरह जड़ा व्यापारी फेरू है सतगुरु तो बचन सुन के निहाल हो गया। कदम पदम सम धार कर पाल। जेड़े कदम की चरण पदम की कवल दे समान उन्हां ते इसने अपना भाल मत्था रख दिता है। भगतू पग बंधन कीन। फिर भाई भगतू जी दे चरना ते भी इस फेरू ने नमस्कार कीती है। भयो नाम फेरू जग चीन। संसार दे लोग जानदे ही इहदा नाम भाई फेरू जी होया है। सच्ची दाढ़ी इसकी हुई है। गुरु कलगीधर पातशाह जी दे समय भी भाई फेरू जी जदों संत बिगड़ गए सी ना कोई तेल पा के साड़े सन। बाकी जेड़े कोई इहो जे जदों नकल लाइया इन्हां दी नकलियां ने इहो जे मसंद है। फिर महाराज ने कहा भी ये सारियां नूं फड़ के दाड़ियां तो दो। जो सिंह जेड़े सन भाई फेरू कोल भी पुजे सन। कहते भी आहो मैं गुरु कलगीधर जब तेन दाड़ी तो फड़ के ही जाना खड़े मत्थे है जी। जो देखा सारा कुछ गुरु का लंगर चला है तो नहीं हो जब मसंद जी ने तो ठीक ठाक है। कहने लगे भी ये चीज नहीं करता तू तो ठीक ठाक है पर गुरु का हुक्म हम किवें करेंगे। जिवें महाराज ने कहा उवें करके जो मैं तो हाजिर हाँ। फिर कहते भी नहीं है जदों आनंदपुर के नेड़े जे गए ना उदों महाराज का बचन पूरा करना वे। इत्थे तां भी इस तरह एक पासों इधर दाड़ी ने पड़ी इधर दूजे ने पड़ी है तो रस्ता नहीं तय होना है। कह लगा ये तुहाडी मर्जी मैं गुरु कलगीधर जी का जरा बचन खड़े मत्थे प्रवान करना। जी भुल गलती हुई है मैं महाराज की हजूरी जाके जरूर माफ करावांगा। क्यों भाई फेरू जी जिस वेले गुरु कलगीधर पातशाह जी के पास
को गए ने, दो सिंगा ने एक पास इधर अद्धी की दाढ़ी पड़ी, एक इधर पूरा वचन होया है। देख के महाराज बहुत प्रसन्न है, कहते भी ये भाई फेरू की दाढ़ी तो सच्ची है, फिर नहीं कुछ कहना है। फिर महाराज कहते भी दसवां दसांगा भाई फेरू, कहना महाराज थोड़े कोल पहुंचता ही रहा है, तो पहुंचाता रहे, रोज ही पहुंचाता रहे। महाराज कहते भी इतने तक पहुंचे, कहते महाराज तुम कहो जानते बुझते कि मैं कही जाने, मैं पहुंचाता रहा रोज की रोज। फिर महाराज हस गए, कहते भी सिंगो इनू कुछ नहीं कहना, पहुंचाता रहा ठीक कहता है, गुरु का लंगर चला रहा, संगतां नूं छकाउंदा रहा, इस करके सच कहता है, इस करके सच्चा मसंद है, दी दाढ़ी सच्ची है। इस तरह फिर गुरु कलगीधर पातशाह जी ने भी भाई फेरू जी ने बख्शा करके महान निहालो निहाल कर दिता सी। भाई भगतू जी दे करके यही बख्शिश हो गई है। कार देग की लई संभाल, सौदा पत्ता बेचना छड़ के भाई फेरू जी ने गुरु के लंगर की कहते सेवा संभाल लई। कर बे लग्यो आहार विसाल, कहते बहुता लंगर पानी है फिर तैयार कर लग गया है। अधिक भाओ ते सब को देत, प्रेम दे नाल सारियां नूं कहते खुले गप्पे देई जांदा। तृप्ता वह बहु खुशियां लेत, गुरसिखां नूं रिझाउंदा तृप्ताउंदा ते बड़ियां खुशियां लैंदा। अब लग जह समाध तिस केरी, भाई कवि संतोख सिंह जी कहते हैं, कहते हुण तक जिथे भाई फेरू जी की समाध बनी हुई है लाहौर चोनिया एक नगर है, ये कोल ये चोनिया नगर दे समाध जी बनी हुई है। डेरा भाई फेरू का नाम पै गया। लंगर वास्ते महाराजा जनरल रणजीत सिंह ने काफी जमीन लगा दी सी। इस तरह कहने अगे भी प्रसंग भाई फेरू जी का तीसरी रुत विच 30वें अंश विच आना, जिथे गुरु कलगीधर जी ने बख्शा करके बढ़ाया सी। कहते लाहौर चूनिया नगर विच इहदी समाध बनी हुई है। चल है देग दिन रैन बडेरी, उत्थे भी कहते अगे दी जिहड़ी देग है जानी लंगर बहुत तकड़ा चल रहा है। चेले अनगिन तिसके भये, भाई फेरू जी दे कहते अनेकां सिख सेवक हो गए है। अनक थान मह फैलत भये, वो जिहड़े सेवक है चेले बन के अनेकां थां विच फैल गए, भी लंगर चलाई तुरे जाते। दसवें पातशाह लग जीवा, कवि जी कह रहे भाई फेरू जी 10वें पातशाह दे समय तक जांदा रहा। धनी विशाल देग को थीवा, कहते गुरु के लंगर का तो बहुत बड़ा ये धनी हो गया, यानी बहुत बड़े लंगर चलाने वाला प्रसिद्ध होया। कुछ प्रसंग आगे इस कहो, कवि जी कहते भाई फेरू जी का कुछ प्रसंग 10वें पातशाह के इतिहास विच भी कहांगे। जिस बिद सुन संतन ते लहा, इस तरह भाई फेरू जी का प्रसंग जिहड़े सियाणे साधु संतां नूं सुन के मैं लहांगा जाणांगा, तो अगे भी कुछ कहांगा। जिवें 10वें पातशाह के इतिहास विच भाई फेरू जी का फिर प्रसंग आएगा, तो इसी तरह आप फिर उत्थे सुनांगे। इत्थे जिहड़ा प्रसंग भाई फेरू जी का बख्शिश हुई सारा श्रवण कर लिया है। ये जिहड़ी 8वीं रात है जिथे पूरी हो गई है, 60 अंश पूरे हो गए हैं। इस दे नाल ही जिहड़ा कुछ समा है वो भी पूरा ही हो गया है। इत्थे आपां दीवान की समाप्ति करिए। राह जमके दुनिया पुरानी जी सदगुरु को माफी मंगिए। इसे तरह जो इतिहास सुने पढ़िया सुने ये अरदास करिए कि महाराज साढ़े मना विच इहदा निवास होवे। इस करके
ਪੜਿਆ ਸੁਣਿਆ ਸਾਡਾ ਛਾਇਆ ਪਵੇ ਲੋਕ ਪਰਲੋਕ ਸੁਖੀ ਸਹਿਬਾ ਹੋ ਜਾਵੇ। ਦਸਵੇਂ ਪਾਤਸ਼ਾਹ ਲਗ ਜੀਵਾ ਧਨੀ ਵਿਸਾਲ ਦੇਗ ਕੋ ਥੀਵਾ ਕੁਛ ਕ ਪ੍ਰਸੰਗ ਆਗੇ ਇਸ ਕਹੋ ਜਿਸ ਵਿਦ ਸੁਨ ਸੰਤਨ ਤੇ ਲਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।